किसान एकता जिंदाबाद। मोदी सरकार मुर्दाबाद, मुर्दाबाद, मुर्दाबाद। मोदी सरकार मुर्दाबाद, मुर्दाबाद, मुर्दाबाद। जिंदाबाद, जिंदाबाद, मुर्दाबाद। मोदी सरकार मुर्दाबाद। किसान एकता जिंदाबाद, किसान एकता जिंदाबाद, किसान एकता जिंदाबाद, किसान मजदूर एकता जिंदाबाद, किसान एकता जिंदाबाद। ਸਕਾਈ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਹੈ। ਅਸੀਂ ਖੜੇ ਹਾਂ ਦਿੱਲੀ ਦੇ ਟਿੱਕਰੀ ਬਾਰਡਰ ਤੇ, ਜਿੱਥੇ ਕਿ ਕਿਸਾਨ ਜਥੇਬੰਦੀਆਂ ਵੱਲੋਂ ਅੱਜ 21 ਦਿਨ ਹੋ ਗਏ ਰੋਸ ਮੁਜ਼ਾਹਰਾ ਕਰਦਿਆਂ ਨੂੰ। ਜਿਹੜੇ 3 ਕਾਨੂੰਨ ਨੇ ਮੋਦੀ ਸਰਕਾਰ ਨੇ ਕਿਸਾਨਾਂ ਤੇ ਥੋਪੇ ਨੇ, ਉਹਨਾਂ ਨੂੰ ਵਾਪਸ ਕਰਾਉਣ ਲਈ ਕਿਸਾਨਾਂ ਵੱਲੋਂ ਵੱਖ-ਵੱਖ ਤਰ੍ਹਾਂ ਦਾ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈਗਾ। ਅਸੀਂ ਇੱਥੇ ਟਿੱਕਰੀ ਬਾਰਡਰ ਤੇ ਬਿਲਕੁਲ ਜਿੱਥੇ ਸਟੇਜ ਦਾ ਵੀ ਪ੍ਰੋਗਰਾਮ ਹੈ, ਉੱਥੇ ਅਸੀਂ ਕੁਝ ਕਿਸਾਨ ਜਥੇਬੰਦੀਆਂ। ਪਹਿਲਾਂ ਤਾਂ ਸਵਾਗਤ ਹੈ ਜੀ ਸਕਾਈ ਨਿਊਜ਼ ਤੇ। ਤੁਹਾਡਾ ਕੀ ਨਾਮ ਹੈ ਜੀ? प्रधान अमरतन कुलकर्णी, ਕਿੱਥੋਂ ਆਏ ਹੋਗੇ? जींद जिले से आते, हरियाणा से। ਅੱਛਾ, ਕਿਵੇਂ ਲੱਗਦਾ ਕਾਨੂੰਨ ਤੁਹਾਨੂੰ ਇਹ ਜੀ? हमारा एक ही दृश्य है, जय जवान जय किसान। और सरकार किसानों को किसानों का सवाल दावना चाहती है। हम इस जितने दिन भी रहेंगे, आज हमें 21 दिन हो चुके हैं, हमारी कोई सुनाई नहीं है। लेकिन हमें कम से कम भी 6 महीना का राशन आए हुए हैं, और हम इतना हमारा तीनों अवस्था मंजूर नहीं हो सकती, हम पीछे नहीं हटेंगे। कितना नुकसान है जेडे कानून बनाए? हमारे इतना कम से कम भी हज़ारों करोड़ का नुकसान हो चुका है किसान के लिए। जहाँ तक उधर से आए हैं, कई करोड़ों का नुकसान हो चुका है। नहीं, जेडा कानून का कितना नुकसान है? हाँ जी, हाँ जी, बहुत सारा ही नुकसान होगा। ਇੱਥੇ ਕੁਝ ਸਾਡੇ ਨਾਲ ਨੌਜਵਾਨ ਵੀ ਇਸ ਧਰਨੇ ਦੇ ਵਿੱਚ ਸ਼ਾਮਲ ਹੋਏ ਨੇ। ਪਹਿਲਾਂ ਕੀ ਨਾਮ ਹੈ? ਮੇਰਾ ਨਾਮ ਸੰਦੀਪ ਹੈ ਜੀ, ਫਾਜ਼ਿਲਕਾ ਪੰਜਾਬ ਤੋਂ ਆਏ ਆ ਜੀ। ਚੰਨਣ ਖੇੜਾ ਪਿੰਡ ਹੈ ਜੀ। ਕਾਨੂੰਨ ਦਾ ਸਾਰਾ ਹੀ ਨੁਕਸਾਨ ਹੈ ਜੀ। ਜੇਕਰ ਇਹ ਕਾਨੂੰਨ ਲਾਗੂ ਹੁੰਦੇ ਨੇ, ਇਹਦੇ ਨਾਲ ਕਿਸਾਨੀ ਵੀ ਖਤਮ ਹੈ ਤੇ ਮਜ਼ਦੂਰੀ ਵੀ ਖਤਮ ਹੈ ਜੀ। ਤੇ ਇਹਨਾਂ ਦੇ ਅਸੀਂ ਬਾਈਕਾਟ ਕਰਦੇ ਆ, ਅਡਾਨੀਆਂ ਦੀਆਂ ਬਾਨੀਆਂ ਦੇ ਜੀਓ ਸਿਮਾਂ ਦਾ ਵੀ ਬਾਈਕਾਟ ਕਰਾਂਗੇ। ਨਾ ਤਾਂ ਇਹਨਾਂ ਨੂੰ ਕਦੇ ਖੇਤਾਂ ਵਿੱਚ ਵੜਨ ਦਿਆਂਗੇ। ਅਸੀਂ ਇਹ ਕਹਿੰਦੇ ਆ ਨਾ, ਅਸੀਂ ਬਿੱਲ ਲਾਗੂ ਕਰਾਂਗੇ, ਅਸੀਂ ਬਿੱਲ ਹਟਾ ਕੇ ਜਾਵਾਂਗੇ। ਅਸੀਂ ਇੱਥੇ ਸ਼ਹੀਦੀਆਂ ਪਾਉਣ ਆਏ ਆ। ਸਾਡੇ ਕੋਲ 6 ਮਹੀਨਿਆਂ ਦਾ ਸਾਲ ਦਾ ਰਾਸ਼ਨ ਹੈਗਾ। ਕੰਮ ਕੀ ਕਰਦੇ ਹੋ? ਅਸੀਂ ਖੇਤੀ ਕਰਦੇ ਹਾਂ ਜੀ। ਜੇ ਸਾਡੇ ਕੋਲ ਸਟੱਡੀ ਵੀ ਕੀਤੀ ਹੈ ਜੀ, ਮੈਂ MCA ਕੀਤੀ ਹੋਈ ਹੈ। ਜੇ ਸਾਡੇ ਕੋਲ ਖੇਤ ਨਾ ਰਹੇ ਤਾਂ ਅਸੀਂ ਕਰਾਂਗੇ ਕੀ ਜੀ? ਅਸੀਂ ਖੇਤ ਇਹਨਾਂ ਨੂੰ ਨਹੀਂ ਦੇਵਾਂਗੇ, ਅਸੀਂ ਸ਼ਹੀਦ ਹੋ ਕੇ ਜਾਵਾਂਗੇ। ਕਿੰਨਾ ਕੁ ਜਿਹੜਾ ਉਰੇ ਪਰੇਸ਼ਾਨ ਹੋ ਰਹੇ ਨੇ ਕਿਸਾਨ? ਪਰੇਸ਼ਾਨ ਤਾਂ ਹੋ ਹੀ ਰਹੇ ਨੇ ਜੀ। ਬਾਕੀ ਅਸੀਂ ਆਪਦੀ ਸਾਰੀ ਵਿਵਸਥਾ ਕਰਕੇ ਆਏ ਹਾਂ। ਸਾਡੇ ਕੋਲ ਰਹਿਣ ਨੂੰ ਵੀ ਬਹੁਤ ਵਧੀਆ ਜਗ੍ਹਾ ਹੈ। ਅਸੀਂ ਆਪਦਾ ਲੰਗਰ ਦਾ ਪ੍ਰਬੰਧ ਵੀ ਕੀਤਾ ਹੈ। 6 ਮਹੀਨਿਆਂ ਦਾ ਸਾਲ ਦਾ ਲੰਗਰ ਦਾ ਸਮਾਨ ਸਾਡੇ ਨਾਲ ਹੈ, ਆਪਦਾ ਲੈ ਕੇ ਆਏ ਹਾਂ ਅਸੀਂ। ਤੇ ਸਾਡੇ ਨਾਲ ਹੋਰ ਨੌਜਵਾਨ ਨੇ, ਉਹਨਾਂ ਨਾਲ ਵੀ। ਕਿੱਥੋਂ ਆਏ ਹੋ ਜੀ? ਚੰਨਣ ਖੇੜਾ ਪਿੰਡ ਹੈ ਜੀ, ਜ਼ਿਲ੍ਹਾ ਫਾਜ਼ਿਲਕਾ ਜੀ ਸਾਡਾ। ਅੱਛਾ, ਕੀ ਕਹਿਣਾ ਚਾਹੁੰਦੇ ਤੁਸੀਂ ਜਿਹੜਾ ਇਹ ਕਾਨੂੰਨ? ਦੇਖੋ ਜੀ, ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਕਾਨੂੰਨ ਨੇ ਬਹੁਤ ਮਾੜੇ ਆ, ਇਹਨਾਂ ਨੂੰ ਰੱਦ ਕਰਨਾ ਚਾਹੀਦਾ ਵਾ। ਸਾਡੇ ਜੋ ਵੀ ਕਿਸਾਨ ਵੀਰ ਨੇ ਹਨਾ, ਉਹਨਾਂ ਨੂੰ ਮੰਨ ਲਓ, ਦੇਖੋ ਤੁਹਾਡੇ ਸਾਹਮਣੇ ਮੋਦੀ ਜੀ ਕਿੰਨਾ ਪਰੇਸ਼ਾਨ ਕਰ ਰਹੇ ਨੇ, ਕਿੰਨੀਆਂ ਠੰਡਾਂ ਦੇ ਵਿੱਚ ਹਨਾ, ਉਹ ਕਿੰਨਾ ਔਖੇ ਹੋ ਰਹੇ ਆ। ਤੇ ਉਹਨਾਂ ਨੂੰ ਇਹਨਾਂ ਦੀ ਸੁਣਵਾਈ ਕਰਨੀ ਚਾਹੀਦੀ ਆ। ਜਿੰਨੀ ਛੇਤੀ ਹੋ ਸਕੇ ਬਿੱਲ ਨੂੰ ਵਾਪਸ ਲੈਣਾ ਚਾਹੀਦਾ। ਜੇਕਰ ਇਹ ਬਿੱਲ ਵਾਪਸ ਨਹੀਂ ਹੁੰਦੇ ਤਾਂ ਕਿਸਾਨ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਇਹ ਕਹਿੰਦੇ ਨੇ ਅਸੀਂ ਸੋਧਾਂ ਕਰ ਦਿੰਦੇ ਹੁਣ। ਨਹੀਂ ਜੀ, ਦੇਖੋ ਸੋਧਾਂ ਮਨਜ਼ੂਰ ਨਹੀਂ ਨੇ। ਦੇਖੋ ਸੋਧਾਂ ਕਰਨਗੇ, ਗੱਲ ਤਾਂ ਫਿਰ ਹੋਈ ਹੈ ਨਾ ਹਨਾ। ਤਾਂ ਇਹ ਸਾਨੂੰ ਸੋਧਾਂ ਜਿਹੜੀਆਂ ਉਹ ਬਿਲਕੁਲ ਮਨਜ਼ੂਰ ਨਹੀਂ। ਇਸ ਕਰਕੇ ਵੀ ਜਿਹੜੇ ਬਿੱਲ ਆ ਉਹ ਜਿੰਨੇ ਵਾਪਸ ਹੋਣ ਤਾਂ ਉਹਦੇ ਵਿੱਚ ਕਿਸਾਨ ਦਾ ਵੀ ਫਾਇਦਾ ਵਾ ਹਨਾ, ਸਾਰੇ ਕਿਸਾਨ ਵੀਰਾਂ ਨੂੰ ਉਹਦੇ ਵਿੱਚ ਹੀ ਫਾਇਦਾ ਆ ਜੀ। ਕਿੰਨੇ ਕੁ ਦਿਨ ਹੋ ਗਏ ਧਰਨੇ ਤੇ ਆਏ ਨੂੰ? ਸਾਡੀ 26 ਤਰੀਕ ਦੇ ਜੀ, 26 ਤਰੀਕ ਦੇ ਆਏ ਆ ਜੀ। ਤੇ ਬਿਲਕੁਲ 26 ਤਰੀਕ ਤੋਂ ਲਾ ਕੇ ਜਿਹੜਾ ਇਹ ਹੁਣ ਤੱਕ ਧਰਨਾ ਚੱਲ ਰਿਹਾ ਹੈਗਾ ਕਿਸਾਨਾਂ ਦਾ, ਉਦੋਂ ਤੋਂ ਜਿਹੜੇ ਲੋਕ ਆਏ ਹੋਏ ਨੇ। ਹਾਂ, ਤੁਸੀਂ ਕੀ ਕਹਿਣਾ ਚਾਹੁੰਦੇ ਹੋਗੇ? ਜਿਹੜਾ ਅਸੀਂ ਤਾਂ 26 ਤਰੀਕ ਤੋਂ ਆਏ ਆ ਜੀ। ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਉਹਨਾਂ ਚਿਰ ਅਸੀਂ ਘਰੇ ਵਾਪਸ ਨਹੀਂ ਜਾਵਾਂਗੇ। ਤਿੰਨੇ ਕਾਲੇ ਕਾਨੂੰਨ ਰੱਦ ਕਰਕੇ ਹੀ ਵਾਪਸ ਜਾਵਾਂਗੇ ਘਰੇ। ਅਸੀਂ ਸਾਲ ਦਾ ਰਾਸ਼ਨ ਘਰੋਂ ਲੈ ਕੇ ਤੁਰੇ ਆ ਤੇ ਬੱਚਿਆਂ ਨੂੰ ਕਹਿ ਕੇ ਆਏ ਆ ਵੀ ਰੱਦ ਕਰਾ ਕੇ ਜਾਵਾਂਗੇ। ਇਹ ਹੋਰ ਇੱਥੇ ਦਿੱਕਤਾਂ ਕਿੰਨੀਆਂ ਕਰ ਰਹੇ ਨੇ? ਕੋਈ ਦਿੱਕਤ ਨਹੀਂ, ਸਾਨੂੰ ਖਾਣ ਪੀਣ ਦੀ ਕੋਈ ਦਿੱਕਤ ਨਹੀਂ ਹੈਗੀ, ਕੋਈ ਪਰੇਸ਼ਾਨੀ ਨਹੀਂ ਹੈਗੀ। ਬਸ ਥੋੜਾ ਬਹੁਤਾ ਜੰਗਲ ਪਾਣੀ ਲੈਣ ਦੀ ਪਰੇਸ਼ਾਨੀ ਹੈਗੀ, ਹੋਰ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੈਗੀ ਕਿਤੇ। ਨਾ ਸੌਣ ਦੀ, ਨਾ ਬਹਿਣ ਦੀ, ਨਾ ਸਾਨੂੰ ਲੰਗਰ ਦੀ, ਨਾ ਪਾਣੀ ਦੀ, ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੈਗੀ ਜੀ। ਜਿਹੜਾ ਗੋਦੀ ਮੀਡੀਆ ਕਹਿੰਦਾ ਕਿਸਾਨਾਂ ਨੂੰ ਤਾਂ ਮੌਜਾਂ ਹੀ ਬਹੁਤ ਲੱਗ ਰਹੀਆਂ ਨੇ। ਮੌਜਾਂ ਕਾਹਦੀਆਂ ਮੌਜਾਂ ਨੇ? ਮੌਜਾਂ ਕਾਹਦੀਆਂ ਮੌਜਾਂ ਨੇ? ਕਿਸਾਨਾਂ ਨੂੰ ਕਾਹਦੀਆਂ ਮੌਜਾਂ ਨੇ? ਠੰਡੇ 'ਚ ਥੱਲੇ ਪਏ ਨੇ। ਮੌਜਾਂ ਕਾਹਦੀਆਂ ਸਾਨੂੰ ਮੌਜਾਂ ਨੇ? ਨਹੀਂ, ਮੀਡੀਆ ਮੋਦੀ ਗੋਦੀ ਮੀਡੀਆ ਦਾ ਮੋਦੀ ਦਾ ਖਰੀਦਿਆ ਹੋਇਆ ਜੀ ਸਾਰਾ। ਉਹਦਾ ਵਿਕਾਊ ਹੈਗਾ ਜੀ। ਮੀਡੀਆ ਦਾ ਕੀ ਕਹਿਣਾ, ਉਹਦਾ ਵਿਕਾਊ ਹੈਗਾ ਜੀ। ਮੀਡੀਆ ਸਾਰਾ ਵਿਕਾਊ ਹੈ ਜੀ। ਤੇ ਸਾਡੇ ਨਾਲ ਇੱਥੇ ਬਜ਼ੁਰਗ ਵੀ ਕਿਸਾਨ ਜਿਹੜੇ ਆਏ ਹੋਏ ਨੇ। ਕਿੱਥੋਂ ਆਏ ਹੋ? ਅਸੀਂ ਰਾਣੀ ਵਾਲੇ ਦਾ ਆਏ ਹਾਂ, ਪੰਜਾਬ 'ਚੋਂ।
ਮਲੋਟ ਜ਼ਿਲ੍ਹੇ 'ਚੋਂ। ਕਿੰਨੇ ਕੁ ਦਿਨ ਹੋ ਗਏ ਇਹਨੂੰ? ਸਾਨੂੰ ਹੋ ਗਏ 16 ਦਿਨ ਆਇਆ ਨੂੰ। ਕੀ ਲੱਗਦਾ ਤੁਹਾਨੂੰ ਵੀ ਮੋਦੀ ਦਾ ਕਿਸ ਤਰ੍ਹਾਂ ਦਾ ਰੁਖ ਲੱਗਦਾ? ਅਸੀਂ ਤਾਂ ਨੇ ਮੋਦੀ ਦਾ ਵਾਪਸ ਲੈ ਲੇ, ਅਸੀਂ ਘਰਾਂ ਨੂੰ ਜਾਈਏ। ਸਾਡੀ ਉਹਦੇ ਬੇਨਤੀ ਆ, ਆਪਦਾ ਕੰਮ ਕਰੀਏ ਜਾ ਕੇ, ਅਸੀਂ ਵਾਪਸ ਲੈ ਲੇ ਮੁੱਦੇ ਸਾਰੇ। ਬਹੁਤ ਆਏ ਜੀ ਇੱਥੇ, ਮਾਵਾਂ ਭੈਣਾਂ ਨਿੱਕੇ ਨਿੱਕੇ ਬੱਚੇ ਆਏ ਸਾਰੇ, ਬਹੁਤ ਦਿੱਕਤ ਆ ਰਹੀ ਆ। ਠੰਡ ਆ, ਤੈਨੂੰ ਪਤਾ ਕਿੰਨੀ ਹਵਾ ਚੱਲਦੀ ਰਹੀ ਆ, ਪਰ ਰੋਟੀ ਪਾਣੀ ਹੁਣ ਆਪ ਦਾ ਪਕਾਈ ਜਾਂਦੇ ਆ ਤੇ ਬੈਠੇ। ਇੱਥੇ ਸਾਡੇ ਨਾਲ ਹੋਰ ਵੀ ਇੱਕ ਕਿਸਾਨ ਬਾਪੂ ਜੀ, ਭਰਾ ਜੋ ਮੜਿਆ ਤੁਸੀਂ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੱਗਦਾ ਵੀ ਇੱਕ ਪਾਸਾ ਕਰਕੇ ਜਾਓਗੇ? ਬਿਲਕੁਲ ਜੀ, ਇੱਕ ਬੰਨਾ ਕਰਕੇ ਅਸੀਂ ਘਰੋਂ ਅਰਦਾਸ ਕਰਕੇ ਆਏ ਆ। ਭਾਵੇਂ ਸਾਲ ਲੱਗ ਜੇ, 6 ਮਹੀਨੇ ਲੱਗ ਜੇ, ਕੋਈ ਪ੍ਰੋਬਲਮ ਨਹੀਂ, ਬੱਚੇ ਕੰਮ ਕਰਨ ਨੂੰ ਹੈਗੇ ਆ। ਅਸੀਂ ਹੁਣ ਮੱਥਾ ਲਾਇਆ, ਪੂਰਾ ਲਾ ਕੇ ਜਾਵਾਂਗੇ। ਜਿੰਨਾ ਚਿਰ ਵਾਪਸ ਨਹੀਂ ਕਰਦਾ ਅਸੀਂ ਘਰ ਨੂੰ ਨਹੀਂ ਜਾਵਾਂਗੇ, ਚਾਹੇ ਸਾਡਾ ਕਿੰਨਾ ਵੀ ਨੁਕਸਾਨ ਹੋ ਜੇ। ਸਾਨੂੰ ਕੋਈ ਪ੍ਰੋਬਲਮ ਨਹੀਂ, ਕੋਈ ਪਰਵਾਹ ਨਹੀਂ ਗੀ। ਇੱਥੇ ਕੋਈ ਦਿੱਕਤ ਕਿਸੇ ਤਰ੍ਹਾਂ ਦੀ? ਕਿਸੇ ਤਰ੍ਹਾਂ ਦੀ ਕੋਈ ਡੇਟ ਨਹੀਂ, ਭਰਾਵਾਂ ਨੂੰ ਰਹਿਣ ਡਿਆ ਜੀ, ਪਰਿਵਾਰ ਵਾਂਗੂ ਰਹਿਣ ਡਏ ਆ, ਕੋਈ ਚੱਕਰ ਨਹੀਂ ਹੈਗਾ। ਯਾਨੀ ਜਿੰਨਾ ਚਿਰ ਬਿੱਲ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਇੱਥੇ ਰਹਿਣਾ? ਬਿਲਕੁਲ ਨਹੀਂ ਜਾਵਾਂਗੇ, ਬਿਲਕੁਲ ਨਹੀਂ ਜਾਵਾਂ। ਭਾਵੇਂ ਸਾਲ ਲੱਗ ਜੇ, 6 ਮਹੀਨੇ ਲੱਗ ਜਾਣ, ਕੋਈ ਚੱਕਰ ਨਹੀਂਗਾ। ਕੁਝ ਕਿਸਾਨ ਸਾਡੇ ਨਾਲ ਹਰਿਆਣੇ ਤੋਂ ਵੀ ਆਏ ਨੇ, ਕਿੱਦਾਂ ਦਾ ਲੱਗਦਾ ਸੰਘਰਸ਼ ਜਿਹੜਾ? देखो जी, ये तब जब तक भी अड़े रहेंगे हम भी उरे अड़े रहेंगे, चाहे कितने टाइम लग जाए, कितने लंबा टाइम लग जाए। अगर बाकी 26 जनवरी को कुछ करने की सोच रहे हैं तो वो जो होगा वो देखा जाएगा। ਕਿੰਨਾ ਕੁ ਇਹਦਾ ਨੁਕਸਾਨ ਹੈਗਾ ਜਿਹੜੇ ਇਹ ਕਾਨੂੰਨ ਬਣਾਏ ਨੇ ਤਿੰਨੋਂ ਮੋਦੀ ਨੇ? इसका जी 50% नुकसान है जी कृषि को, किसानों को, जो 3 कानून बनाए हैं इनके। ਕਿਸ ਤਰ੍ਹਾਂ ਦਾ ਕਾਨੂੰਨ ਹੈਗਾ, ਕੁਝ ਪਤਾ ਇਹਦੇ ਬਾਰੇ ਜਾਣਕਾਰੀ ਹੈ? हैं ਕਿਸ ਤਰ੍ਹਾਂ ਦੇ ਕਾਨੂੰਨ ਨੇ ਜਿਹੜੇ ਇਹ? ये जो तीनों कानून बनाए हैं ना, जो एक काले कानून है हमारे कृषि पे लागू नहीं होने चाहिए। बस MSG होगा, जो MPR होगा। ਬਾਪੂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ, ਮੈਂ ਕਿਸਾਨ ਹਾਂ ਇੱਕ, ਅਸੀਂ ਇਹ ਚਾਹੁੰਦੇ ਹਾਂ ਵੀ ਜਿੰਨੇ ਚਿਰ ਮਤਲਬ ਸਾਡੇ ਕਾਨੂੰਨ ਵਾਪਸ ਨਹੀਂ ਹੁੰਦੇ ਅਸੀਂ ਇੱਥੇ ਹੀ ਮਰਾਂਗੇ। ਮਤਲਬ ਅਸੀਂ ਉਹਨੇ ਜਾਂਦੇ ਨਹੀਂ, ਭਾਵੇਂ 2 ਸਾਲ ਲੱਗ ਜਾਣ, 5 ਸਾਲ ਲੱਗ ਜਾਣ। ਇਹ ਬਾਅਦ ਸਾਨੂੰ ਕਿਸਾਨਾਂ ਤੋਂ ਮਜ਼ਦੂਰਾਂ ਨੂੰ ਜ਼ਿਆਦਾ ਨੁਕਸਾਨ ਹੈ। ਅਸੀਂ ਸਾਡੀਆਂ ਲੋਥਾਂ ਜਾਣਗੀਆਂ ਇੱਥੇ ਬਸ। ਇਹ ਸਾਡਾ ਖਿਪਾ 2 ਗੱਲਾਂ ਹੀ ਨੇ, ਅਸੀਂ ਜਾਂਦੇ ਨਹੀਂ। ਹਾਂਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਆਪਾਂ ਤਾਂ ਮੋਦੀ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਜੀ, ਅੱਤ ਦੇ ਅੰਤ 'ਚ ਕੋਈ ਫਰਕ ਨਹੀਂ। ਜਿਆਦੀ ਅੱਤ ਨਾ ਚੱਕ, ਇਹਦਾ ਅੰਤ ਜਲਦੀ ਆ ਹੁਣ ਮੋਦੀ ਦਾ। ਹਾਂਜੀ, ਕਿੰਨੇ ਕੋਰੇ ਲੋਕ ਨੇ ਜਿਹੜੇ ਪਰੇਸ਼ਾਨ ਵੀ ਹੁੰਦੇ ਨੇ ਤੇ ਮਾਵਾਂ ਭੈਣਾਂ ਵੀ ਆਈਆਂ ਨੇ? ਪਰੇਸ਼ਾਨ ਦੇਖ ਲਓ, ਉਹਦਾ ਦੇਸ਼ ਉੱਤੋਂ ਗੁਜਰਾਤ ਪਰੇਸ਼ਾਨ, ਗੁਜਰਾਤੀ ਆਏ ਹੋਏ ਨੇ। ਬਾਕੀ ਤਾਂ ਦੂਰ ਦੀ ਗੱਲ, ਪੰਜਾਬ, ਹਰਿਆਣਾ, ਰਾਜਸਥਾਨ ਇਹ ਤਾਂ ਪਰੇਸ਼ਾਨ ਹੈਗੇ। ਉਹਦੇ ਗੁਜਰਾਤੀ ਉੱਤੋਂ ਉਹਦੇ ਖਿਲਾਫ ਹੋਏ ਫਿਰਦੇ ਆ। ਬਿਲਕੁਲ ਕਿਸਾਨਾਂ ਦਾ ਜਿਹੜਾ ਰੋਸ ਹੈਗਾ ਬਹੁਤ ਜ਼ਿਆਦਾ ਹੈਗਾ। ਹੁਣ ਜਿਹੜਾ ਸਟੇਜ ਦਾ ਪ੍ਰੋਗਰਾਮ ਵੀ ਭਖਣ ਲੱਗਿਆ ਪੈਗਾ। ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਜਿਹੜੀਆਂ ਤਸਵੀਰਾਂ ਨੇ ਸਾਰੇ ਆਲੇ ਦੁਆਲੇ ਦੀਆਂ ਜਿਹੜੀਆਂ ਤਸਵੀਰਾਂ ਨੇ ਦਿਖਾਈਆਂ ਜਾਣ। ਤੇ ਇੱਥੇ ਸਾਡੇ ਨਾਲ ਸਾਡੇ ਨਾਲ ਹੋਰ ਵੀਰ ਨੇ। ਕਿੱਥੋਂ ਆਏ ਹੋ ਵੀਰ ਜੀ? ਅਸੀਂ ਸਰਦੂਲਗੜ੍ਹ ਹਲਕੇ ਤੋਂ ਸਰਦੂਲਗੜ੍ਹ ਹਲਕੇ ਤੋਂ ਪਿੰਡ ਖੈਰਾ ਕਲਾਂ ਤੋਂ ਆਏ ਹਾਂ ਜੀ, ਇੱਥੇ ਧਰਨੇ ਤੇ ਪਿਛਲੀ 25 ਤਰੀਕ ਤੋਂ ਆਏ ਹੋਏ ਆ ਜੀ। ਦਿਨਾਂ ਤੱਕ ਚਾਹੁੰਦੇ ਮੋਦੀ ਨੂੰ ਜਿਹੜਾ ਉਹ ਮੋਦੀ ਨੂੰ ਹੁਣ ਕੀ ਅਪੀਲ ਕਰੀਏ ਜੀ। ਮੋਦੀ ਤਾਂ ਪਿਛਲੀ 25-26 ਤਰੀਕ ਤੋਂ ਹੀ ਗਾਇਬ ਆ, ਗੁੰਮਸ਼ੁਦਾ। ਜੇ ਕਿਸੇ ਨੇ ਦੇਖਿਆ ਹੋਵੇ ਤਾਂ ਭਾਈ ਦਿੱਲੀ ਦੇ ਆ ਕੇ ਉਹਨੂੰ ਕਹੋ ਵੀ ਆਪਦਾ ਕੰਮਕਾਰ ਸੰਭਾਲੇ। ਦੇਸ਼ ਦੀ ਜਨਤਾ ਉਹਨੂੰ ਬੁਲਾ ਰਹੀ ਆ ਕੇ ਗੱਲ ਸੁਣੇ ਸਾਰਿਆਂ ਦੀ। ਸਾਡੇ ਤਾਂ ਕਿਸਾਨਾਂ ਦੇ ਜਿਹੜੇ ਇਹਨਾਂ ਨੇ ਕਾਲੇ ਕਾਨੂੰਨ ਥੋਪੇ ਹੋਏ ਆ ਉਹ ਵਾਪਸ ਲੈਣ ਆਪਦੇ। ਅਸੀਂ ਆਪਦੇ ਘਰੇ ਜਾਈਏ, ਅਸੀਂ ਕੀ ਕਰਨਾ ਦਿੱਲੀ ਜਾ ਕੇ? ਇਹ ਕਹਿ ਰਹੇ ਕਹਿੰਦਾ ਵੀ ਕਾਨੂੰਨਾਂ ਦੇ ਵਿੱਚ ਸੋਧਾਂ ਕਰ ਦਿੰਦੇ ਆ। ਨਹੀਂ ਜੀ, ਸੋਧਾ ਤਾਂ ਉਹ ਗੱਲ ਹੈ ਵੀ ਇੱਕ ਜ਼ਖਮ ਪਹਿਲਾਂ ਲਾ ਕੇ, ਫੱਟ ਲਾ ਕੇ, ਕਿਸਾਨਾਂ ਦੇ ਸਿਰਾਂ ਤੇ ਫੱਟ, ਛਾਤੀਆਂ ਤੇ ਲਾ ਕੇ ਬਾਅਦ 'ਚ ਮਲਮ ਲਾਉਣ ਵਾਲੀ ਗੱਲ ਆ। ਮਲਮ ਦਾ ਕੀ ਫਾਇਦਾ ਫਿਰ? ਜ਼ਖਮ ਤਾਂ ਜ਼ਖਮ ਤਾਂ ਨਹੀਂ ਭਰਦੇ ਉਹਦੇ ਨਾਲ। ਕਾਨੂੰਨ ਅਸੀਂ ਜਿੰਨਾ ਤੱਕ ਸਾਰੇ ਰੱਦ ਨਹੀਂ ਹੁੰਦੇ ਉਹਨਾਂ ਤੱਕ ਨਹੀਂ ਜਾਂਦੇ ਇੱਥੋਂ। ਸ਼ਾਂਤੀਮਈ ਅਸੀਂ ਬਣਾਈ ਰੱਖਣਾ। ਬਾਕੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਸਾਰੇ ਜਨਤਾ ਨੂੰ ਅਪੀਲ ਕਰਦਾ, ਜਿਹੜੇ ਘਰੇ ਬੈਠੇ ਆ ਉਹ ਵੀ ਆਓ, ਆਪਦੇ ਹੱਕਾਂ ਵਾਸਤੇ ਆਉਣਾ, ਨਾ ਕਿ ਕਿਸੇ ਵਾਸਤੇ ਆਉਣਾ। ਤੁਸੀਂ ਸ਼ਾਂਤੀ ਇੱਥੇ ਬਣਾਈ ਰੱਖਣੀ। ਕਿਸੇ ਨੇ ਹੁੱਲੜਬਾਜੀ ਅਸੀਂ ਨਹੀਂ ਕਰਨ ਦੇਣੀ ਕਿਸੇ ਨੂੰ, ਨਾ ਅਸੀਂ ਕਰੀਏ ਨਾ ਕਰਨ ਦਈਏ। ਸ਼ਰਾਰਤੀ ਅਨਸਰ ਬਹੁਤ ਆਉਂਦੇ ਆ ਇਹਨਾਂ ਦੀਆਂ ਇੱਥੇ, ਇੰਟੈਲੀਜੈਂਸੀਆਂ ਬਹੁਤ ਕਰਦੀਆਂ ਖਰਾਬ। ਤੁਸੀਂ ਦੇਖ ਲਿਓ ਸ਼ਾਮ ਨੂੰ 5 ਵਜੇ ਤੋਂ ਬਾਅਦ ਇਹਨਾਂ ਦੀਆਂ ਇੰਟੈਲੀਜੈਂਸੀਆਂ ਨਾਲ ਲੜਕੀਆਂ ਵੀ ਲੈ ਕੇ ਆਉਂਦੀਆਂ ਚੈਨਲ ਦੀਆਂ ਵੀ ਚੱਲ ਜਵਾਨ ਮੁੰਡੇ ਆ, ਕੁਛ ਨਾ ਕੁਛ ਗਲਤ ਹਰਕਤ ਕਰਨਗੇ। ਅਸੀਂ ਰਾਤ ਇੱਕ ਬੀਬੀ ਨੂੰ ਕਿਹਾ ਤੂੰ ਸਵੇਰੇ ਆ ਜੀ, 10 ਵਜੇ ਆ ਜੀ, 5 ਵਜੇ ਤੱਕ ਜਿੰਨੀ ਮਰਜ਼ੀ ਤੂੰ ਆਪਦੇ ਚੈਨਲ ਦੀ ਰਿਪੋਰਟ ਕਰ ਲੈ, ਪਰ ਨਹੀਂ, ਹੁਣ ਨਹੀਂ। ਉਦੋਂ ਬਾਅਦ ਉਹ ਬੀਬੀ ਨੂੰ ਅਸੀਂ ਭੇਜਿਆ ਇੱਥੋਂ। ਇਹ ਚਾਹੁੰਦੇ ਆ ਵੀ ਕਿਸਾਨਾਂ ਕੋਈ ਨਾ ਕੋਈ ਗਲਤੀ ਕਰਨ ਤੇ ਅਸੀਂ ਐਕਸ਼ਨ ਲਈਏ। ਹੋਰ ਵੀ ਕੋਈ ਹਰਕਤਾਂ ਆਉਂਦੀਆਂ ਨੇ ਸਾਹਮਣੇ? ਆਹ ਇੰਟੈਲੀਜੈਂਸੀ ਆਮ ਫਿਰਦੀਆਂ ਇੱਥੇ, ਜਿੱਥੇ 10 ਬੰਦੇ ਖੜਦੇ ਇਹਨਾਂ ਦਾ ਵਿੱਚ ਆ ਕੇ ਖੜ ਜਾਂਦਾ ਜੀ। ਇੰਨੀ ਫੌਜ ਚੜ੍ਹ ਕੇ ਆ ਗਈ, ਇੰਨਾ ਫਲਾਣਾ ਹੋ ਗਿਆ, ਇੰਨਾ ਟਮਕਾਣਾ ਆ ਗਿਆ, ਫੌਜ ਆ ਗਈ, ਅਸੀਂ ਦੇਖਾਂਗੇ।
ਫਿਰ ਜਦੋਂ ਸਾਡੀ ਰੋਟੀ ਨਾ ਰਹੀ, ਸਾਡੇ ਜਵਾਕ ਹੀ ਭੁੱਖੇ ਮਰ ਗਏ, ਅਸੀਂ ਜੀ ਕੀ ਕਰਨਾ। ਫੌਜ ਕਿੱਥੋਂ ਆਏਗੀ? ਐਵੇਂ ਮਾਰੇ ਉਹ ਕਹੀ ਜਾਂਦੇ ਇੰਟੈਲੀਜੈਂਸੀਆਂ ਲਾ ਕੇ, ਵੈਸੇ ਹੁਣ 10 ਫੌਜ ਵੀ ਕਿਲੋ ਆਪਣੀ ਹੈਗੀ। ਉਹੀ ਇਹ ਗੱਲ ਆ ਵੀ ਸਾਡੇ ਪੰਜਾਬੀ ਭਰਾ ਬੈਠੇ ਆ, ਉਹ ਖੜੇ ਆ, ਸਾਡੇ ਗੱਲਾਂ ਬਾਤਾਂ ਕਰਦੇ ਆ, ਸਾਡੇ ਨਾਲ ਲੰਗਰ ਛਕਦੇ ਆ ਕੇ ਸਾਰੇ, ਕੋਈ ਦਿੱਕਤ ਨਹੀਂ ਹਾਂ, ਲੰਗਰ ਬਾਰੇ ਗੱਲ ਕਰੀਏ, ਲੰਗਰ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਨੇ? ਸਾਰੇ ਕਿੱਥੋਂ ਕਿੱਥੋਂ ਲੰਗਰ ਆ ਰਹੇ ਹੈਗਾ? ਦੇਖੋ ਜੀ, ਪਹਿਲੀ ਗੱਲ ਤਾਂ ਜਦੋਂ ਅਸੀਂ ਘਰੋਂ ਤੁਰੇ ਸੀ ਨਾ, ਇੱਕ ਜੱਟ ਜਦੋਂ ਘਰੋਂ ਤੁਰਦਾ ਉਹਦਾ ਸਾਰਾ ਸਮਾਨ ਨਾਲ ਲੈ ਕੇ ਆਉਂਦਾ। ਉਦੋਂ ਬਾਅਦ ਖਾਲਸਾ ਏਡ ਦੀ ਗੱਲ ਕਰੀਏ, ਸੰਤ ਭੂਰੀ ਵਾਲਿਆਂ ਦੀ ਗੱਲ ਕਰੀਏ, ਇੰਨੇ ਸੋਹਣੇ ਲੰਗਰਾਂ ਦੇ ਪ੍ਰਬੰਧ ਆ ਵੀ ਮੇਰੇ ਖਿਆਲ 'ਚ ਸ਼ਾਇਦ ਦੁਨੀਆ 'ਤੇ ਕਿਤੇ ਨਹੀਂ ਹੋਣਗੇ ਇਹੋ ਜਿਹੇ ਲੰਗਰਾਂ ਦੇ ਪ੍ਰਬੰਧ। ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਕਿਸੇ ਨੂੰ। ਜਿਹੜੀ ਬਾਬੇ ਨਾਨਕ ਨੇ ਕਿਹਾ ਸੀ ਵੀ ਵੰਡ ਕੇ ਛਕਣ ਦੀ ਰੀਤ ਸ਼ਾਇਦ ਇੱਥੇ ਦੇਖਣ ਨੂੰ ਮਿਲ ਰਹੀ ਹੈ। ਹਾਂ ਹਾਂ ਜੀ, ਬਹੁਤ ਜ਼ਰੂਰਾ। ਬਾਬੇ ਨਾਨਕ ਦੇ ਸਿਖਾਏ ਸਬਕ 'ਤੇ ਹੀ ਧਰਨੇ ਚੱਲ ਰਹੇ ਨੇ, ਨਾ ਕਿਸੇ ਨੇ ਅਸੀਂ ਹੁੱਲੜਬਾਜ਼ੀ ਕੀਤੀ। ਬਾਬੇ ਨਾਨਕ ਨੇ ਕਿਹਾ ਸੀ ਵੰਡ ਕੇ ਛਾਓ, ਕਿਰਤ ਕਰੋ। ਕਿਰਤ ਕਰਦੇ ਹਾਂ ਅਸੀਂ ਆਪਦੀ, ਸਾਨੂੰ ਕਿਰਤ ਨਾ ਕਰਨ ਦੇਣਗੇ ਤਾਂ ਅਸੀਂ ਤਾਂ ਆਵਾਂਗੇ ਦਿੱਲੀ, ਇਹਨਾਂ ਦੀ ਇੱਕ 'ਤੇ ਚੜਾਂਗੇ। ਹੋਰ ਦੱਸੋ। ਕਿ ਬਿਲਕੁਲ ਇਧਰੋਂ ਸਟੇਜ ਦੀ ਜਿਹੜੀ ਕਾਰਵਾਈ ਹੈਗੀ ਉਹ ਵੀ ਸ਼ੁਰੂ ਹੋ ਗਈ ਹੈ ਤੇ ਆਲੇ ਦੁਆਲੇ ਦੀਆਂ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਤਸਵੀਰਾਂ ਨੇ ਜਿਹੜੀਆਂ ਸਾਰੀਆਂ ਇੱਕ ਵਾਰ ਦਿਖਾਈਆਂ ਜਾਣ, ਕਿਸ ਤਰ੍ਹਾਂ ਜਿਹੜਾ ਬਾਰਡਰ ਹੈਗਾ, ਅੱਗੇ ਦਾ ਰਸਤਾ ਜਿਹੜਾ ਬੰਦ ਕੀਤਾ ਹੋਇਆ ਹੈਗਾ ਤੇ ਸਾਰੇ ਜਿਹੜੇ ਲੰਗਰ ਨੇ ਤੇ ਅਲੱਗ-ਅਲੱਗ ਦੂਰੋਂ ਕਿਸਾਨ ਜਿਹੜੇ ਆਏ ਹੋਏ ਨੇ ਉਹ ਵੀ ਆਪਣਾ ਯੋਗਦਾਨ ਪਾ ਰਹੇ ਨੇ। ਕੋਈ ਕਿਸੇ ਰੂਪ ਦੇ ਵਿੱਚ, ਕੋਈ ਕਿਸੇ ਰੂਪ ਦੇ ਵਿੱਚ ਆਪਣਾ ਜਿਹੜਾ ਪ੍ਰੋਟੈਸਟ ਹੈਗਾ ਉਹ ਕਰ ਰਹੇ ਨੇ। ਨਾਅਰੇਬਾਜ਼ੀ ਕਿਸਾਨਾਂ ਦੇ ਬਿਲਕੁਲ ਜਿਹੜਾ ਇਹਨਾਂ ਨੇ ਕਿਹਾ ਹੈਗਾ ਵੀ ਮੋਦੀ ਹੈਗਾ ਜਿਹੜਾ, ਇੱਕ ਵਾਰੀ ਲੰਗਰਾਂ ਦੀ ਵੀ ਜਿਹੜੀ ਤੁਹਾਨੂੰ ਝਲਕ ਦਿਖਾ ਦਿੰਦੇ ਹੈਗੇ, ਲਾਈਵ ਤਸਵੀਰਾਂ ਤੁਸੀਂ ਸਕਾਈ ਨਿਊਜ਼ ਤੇ ਦੇਖ ਰਹੇ ਹੋਗੇ। ਲੰਗਰਾਂ ਦਾ ਵੀ ਇੰਨਾ ਵਧੀਆ ਸਿਸਟਮ ਬਣਿਆ ਹੋਇਆ ਹੈਗਾ, ਕਿਤੇ ਕੋਈ ਧੱਕਾ ਨਹੀਂ, ਕਿਸੇ ਤਰ੍ਹਾਂ ਦਾ ਕੋਈ ਵੀ ਹੁੱਲੜਬਾਜ਼ੀ ਨਹੀਂ। ਲੰਗਰ ਤਿਆਰ ਹੋ ਰਹੇ ਨੇ, ਮਸ਼ੀਨਾਂ ਨੇ ਜਿਹੜੀਆਂ ਰੋਟੀਆਂ ਲਾਈ ਜਾਂਦੇ ਨੇ ਤੇ ਨੌਜਵਾਨ ਨੇ ਜਿਹੜੇ ਵੇਲ ਰਹੇ ਨੇ ਤੇ ਇੱਕ ਪਾਸੇ ਲੰਗਰ ਬਣਾਇਆ ਜਾ ਰਿਹਾ ਹੈ। ਇੱਧਰ ਬਾਈ ਨਾਲ ਵੀਰ ਜੀ ਕਿੰਨਾ ਕੁ ਚਿਰ ਦਾ ਹੈਗਾ तजर्बा रोटी पकाने का? ये 800 आदमी का ना, 1 घंटे में 800 आदमी की 800 रोटी बना दी थी 1 घंटे के अंदर। किस तरह को ਤੁਹਾਨੂੰ सहयोग मिल रहा है? हाँ जी, किस तरह का सहयोग मिल रहा है लोगों को? प्रोसेस सही मिल रहा है, ठीक मिल रहा है, कोई हुल्लड़बाजी ना ठीक है। बिल्कुल जी, ਜਿਹੜਾ ਬਾਬੇ ਨਾਨਕ ਦੀ ਪ੍ਰਥਾ ਹੈ ਕਿ ਲੰਗਰ ਉਹ ਤਾਂ ਇਸੇ ਤਰ੍ਹਾਂ ਹੀ ਹੁੰਦਾ ਹੈਗਾ ਵੀ ਕਿਸੇ ਥਾਂ ਦੀ ਵੀ ਕੋਈ ਹੁੱਲੜਬਾਜੀ ਨਹੀਂ ਹੁੰਦੀ ਤੇ ਸਭ ਨੂੰ ਇੱਕ ਸਮਾਨ ਲੰਗਰ ਛਕਾਇਆ ਜਾਂਦਾ ਹੈ। ਲਾਈਵ ਤਸਵੀਰਾਂ ਤੁਸੀਂ ਸਕਾਈ ਨਿਊਜ਼ ਤੇ ਟਿਕਰੀ ਬਾਰਡਰ ਤੋਂ ਦੇਖ ਰਹੇ ਹੋ, ਜਿੱਥੇ ਕਿ ਹੁਣ ਲੰਗਰ ਦਾ ਸਮਾਂ, ਲੰਗਰ ਦਾ ਵੈਸੇ 24 ਘੰਟੇ ਹੀ ਜਿਹੜਾ ਹਰ ਪ੍ਰਕਾਰ ਦਾ ਲੰਗਰ ਹੈਗਾ ਉਹ ਇੱਥੇ ਦੇਖਣ ਨੂੰ ਮਿਲ ਰਿਹਾ ਹੈਗਾ ਤੇ ਲੋਕ ਨੇ ਜਿਹੜੇ ਸੰਗਤਾਂ ਨੇ ਜਿਹੜੀਆਂ ਬੜੇ ਪ੍ਰੇਮ ਤੇ ਸਤਿਕਾਰ ਨਾਲ ਜਿਹੜਾ ਲੰਗਰ ਛਕ ਰਹੀਆਂ ਨੇ। ਦਿੱਲੀ ਤੋਂ ਟਿਕਰੀ ਬਾਰਡਰ ਦੀਆਂ ਲਾਈਵ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਦਿੱਲੀ ਤੋਂ ਟਿਕਰੀ ਬਾਰਡਰ ਸਾਰਾ ਕੁਛ। ਇੱਥੇ ਸਾਡੇ ਨਾਲ ਬਜ਼ੁਰਗ ਨੇ ਜਿਹੜੇ ਉਹ ਵੀ ਕੁਝ ਕਹਿਣਾ ਚਾਹੁੰਦੇ ਨੇ, ਸ਼ਾਇਦ ਮੋਦੀ ਨੂੰ ਕਰ ਲੈਣੇ ਗੱਲਬਾਤ। ਹਾਂ, ਕੀ ਕਹਿਣਾ ਚਾਹੁੰਦੇ? ਮੈਂ ਕਹਿਣਾ ਚਾਹੁੰਦਾ ਜੀ, ਦੇਖੋ ਜੇ ਇਹ ਮੰਨ ਜੇ ਤਾਂ ਅਜੇ ਚੰਗਾ ਰਹੇ, ਇਹਨੇ ਦਾ ਜਿਹੜੀ ਹੋਰ ਆਪਦਾ ਮਟੀਰੀਅਲਟੀ ਉਹਦੇ ਮੰਨ ਜੇ ਫਿਰ ਬਹੁਤ ਚੰਗਾ ਰਹੇ। ਹਜੇ ਮੰਨ ਜੇ ਚੰਗਾ ਰਹੇ। ਇਹਨੇ ਦਾ ਜਿਹੜੇ ਇਹਦੇ ਐਮਐਲਏ ਦੀ ਜਾਂ ਮੰਤਰੀ ਦੀ ਇਹਨੇ ਦਾ ਖਤਮ ਹੋਣਾ ਚਾਹੀਦਾ, ਉਹ ਵੀ ਖਤਮ ਕਰਤੇ। ਕਿੱਥੋਂ ਆਏ ਹੋ ਤੁਸੀਂ? ਮੈਂ ਬਰਨਾਲੇ ਤੋਂ ਆਇਆ। ਕਿੰਨੇ ਦਿਨ ਹੋ ਗਏ? ਮੈਨੂੰ 26 ਤਰੀਕ ਨੂੰ ਆ ਗਿਆ ਸੀ ਮੈਂ ਇੱਥੇ। ਕੋਈ ਕਿਸੇ ਤਰ੍ਹਾਂ ਦੀ ਦਿੱਕਤ ਹੁੰਦੀ ਹੈ ਕਿ ਨਾ? ਕੋਈ ਦਿੱਕਤ ਨਹੀਂ ਆਈ, ਖਾਣ ਪੀਣ ਨੂੰ ਹੁੰਦਾ, ਸਾਡਾ ਤਾਂ ਪੇਟ ਹੀ ਭਰਨਾ ਚਾਹੀਦਾ, ਹੋਰ ਸਾਨੂੰ ਕੁਝ ਨਹੀਂ ਚਾਹੀਦਾ। ਹਾਂ, ਰਾਜਸਥਾਨ ਦੇ ਵਿੱਚ ਤਾਂ ਬਥੇਰਾ ਬੰਦੀ ਆਈ ਹੈ, ਤੁਹਾਨੂੰ ਆਪ ਹੀ ਪਤਾ ਹੈਗਾ। ਅਜੇ ਵੀ ਜੇ ਇਹ ਮੰਨ ਜੇ ਤਾਂ ਚੰਗੀ ਗੱਲ ਆ, ਨਹੀਂ ਤਾਂ ਮੂਹਰੇ 26 ਤਰੀਕ ਆਉਂਦੀ ਆ, ਫਿਰ ਝੰਡਾ ਉੱਥੇ ਕਿਸਾਨਾਂ ਦੀ ਚੜੂਗਾ। ਅਗਲਾ ਪ੍ਰੋਗਰਾਮ ਕੀ ਹੈਗਾ? ਅਗਲਾ ਤੁਹਾਨੂੰ ਪਤਾ ਹੀ ਆ, ਦੱਸਦਾ ਇਹੀ ਆ। ਫਿਰ ਕੋਈ ਦਿੱਕਤ ਨਹੀਂ, ਸਾਨੂੰ ਇੱਥੇ ਬਹੁਤ ਵਧੀਆ ਲੱਗ ਰਿਹਾ ਜੀ। ਸਰਕਾਰ ਨੂੰ ਮੰਨਣਾ ਚਾਹੀਦਾ, ਹੁਣ ਸਾਨੂੰ ਮੰਨਣਾ ਚਾਹੀਦਾ। ਹੋਰ ਵੀ ਕਹਿੰਦੇ ਨੇ, ਸਰਕਾਰ ਦੇ ਬੰਦੇ ਤਾਂ ਕਹਿੰਦੇ ਨੇ ਕਿਸਾਨਾਂ ਨੂੰ ਤਾਂ ਮੌਜਾਂ ਲੱਗੀਆਂ ਪਈਆਂ ਨੇ। ਕੋਈ ਮੌਜਾ ਨਹੀਂ ਜੀ, ਕਿਸਾਨ ਬਹੁਤ ਜ਼ਿਆਦਾ ਤੰਗ ਹੈ। ਵੇਖੋ ਤੇ ਕਿੰਨੀ ਠੰਡ 'ਚ ਕਿੰਨੇ ਲੋਕ ਇੱਥੇ ਤੰਗ ਹੋਈ ਜਾਂਦੇ ਆ ਕੇ। ਲੰਗਰਾਂ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ? ਲੰਗਰਾਂ ਦਾ ਬਹੁਤ ਗੁਰੂ ਦੀ ਕਿਰਪਾ ਹੋ ਰਹੀ ਹੈ, ਸੇਵਾ ਬਹੁਤ ਜ਼ਿਆਦਾ ਚੱਲ ਰਹੀ ਹੈ। ਲੰਗਰ ਕੋਈ ਕਮੀ ਨਹੀਂ ਕਿਸੇ ਚੀਜ਼ ਦੀ। ਲੰਗਰਾਂ ਦੀ ਇੱਕ ਵਾਰੀ ਹੋਰ ਝਲਕ ਦਿਖਾ ਦਿੰਦੇ। ਦੇਖੋ ਕਿੰਨੇ ਪ੍ਰੇਮ ਨਾਲ ਜਿਹੜਾ ਲੰਗਰ ਹੈਗਾ ਉਹ ਛਕਾਇਆ ਜਾ ਰਿਹਾ ਹੈਗਾ। ਛੋਲੇ ਪੂਰੀਆਂ ਦਾ ਲੰਗਰ, ਸਵੇਰੇ ਪਹਿਲਾਂ ਪਿੰਨੀਆਂ, ਹੋਰ ਚਾਹ ਨਾਲ ਬਿਸਕੁਟ, ਬ੍ਰੈਡ, ਬ੍ਰੇਕਫਾਸਟ ਤੇ ਹੁਣ ਜਿਹੜਾ ਲੰਗਰ ਹੈਗਾ
ਪ੍ਰੋਟੈਸਟ ਹੈਗਾ ਜਿਹੜਾ ਵੱਖ-ਵੱਖ ਤਰੀਕਿਆਂ ਨਾਲ ਜਿਹੜਾ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਇੱਥੇ ਹਰ ਤਰ੍ਹਾਂ ਦਾ ਕਿਸਾਨ, ਮਜ਼ਦੂਰ, ਹਰ ਵਰਗ ਦੇ ਲੋਕ ਨੇ ਜਿਹੜੇ ਇੱਥੇ ਦਿੱਲੀ ਦੇ ਵਿੱਚ ਆਏ ਹੋਏ ਨੇ ਤੇ ਧਰਨੇ ਤੇ ਬੈਠੇ ਹੋਏ ਨੇ। ਵੈਸੇ ਤਾਂ ਜਿਹੜਾ ਧਰਨਾ ਪੂਰੀ ਦਿੱਲੀ ਜਿਹੜੀ ਘੇਰੀ ਹੋਈ ਹੈਗੀ ਕਿਸਾਨਾਂ ਨੇ, ਲੇਕਿਨ ਜਿਹੜੀਆਂ ਇਹ ਤੁਸੀਂ ਤਸਵੀਰਾਂ ਟਿਕਰੀ ਬਾਰਡਰ ਦੀਆਂ ਨੇ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋਗੇ ਜਿਹੜਾ ਇਹ ਪ੍ਰੋਟੈਸਟ ਹੋ ਰਿਹਾ ਕਿਸਾਨਾਂ ਦਾ? हम ਪਹਿਲਾਂ ਨਾਮ ਦੱਸੋ, ਕਿੱਥੋਂ ਆਏ ਹੋਗੇ? सर्व कर्मचारी संघ हरियाणा जिला हिसार से आए हैं। जो मोदी सरकार किसानों के जो अध्यादेश लेके आई है, इसका नाम किसानों का दिया जा रहा है, लेकिन ये आम जनता को प्रभावित करेगा। ये अध्यादेश, अगर ये अध्यादेश लागू होता है तो पूरे देश की कृषि के साथ साथ सभी चीज़ें और आम जनता जिनको सुविधाएं मिलती है वो सभी संकट में आ जाएगी। ये अकेला किसान का मुद्दा ना होके आम वर्ग को प्रभावित करेगा। और इसके साथ साथ देश के जो खाद्यान्न हैं, जिनको हम गरीब लोग हैं उनको सब्सिडी के ऊपर देते हैं, वो ख़त्म हो जाएगी। और बड़े पूंजीपतियों के हाथ में, जैसे अब प्याज का हाल देख सकते हैं आप, आलू का हाल देख सकते हैं, या फिर आप पीछे जैसे इन्होंने सब्सिडी दे के गैस का मतलब प्रचार किया, अभी हम गैस की सब्सिडी देंगे, अब गैस के ऊपर कोई सब्सिडी नहीं है, 15 रुपये सब्सिडी, कितना रेट बढ़ा दिया है। इसी प्रकार से फसलों का हाल होगा। इसी प्रकार जैसे पेट्रोल के रेट बढ़ रहे हैं ना, वो इनके कब्जे में जाने के बाद वैसे ही रेट बढ़ेगी और महंगाई, भ्रष्टाचार, गरीब आदमी खाना नहीं खा सकेगा, भुखमरी पैदा होगी। ਕੋਈ ਪ੍ਰੋਟੈਸਟ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਵੀ ਛੱਡੇ ਜਾ ਰਹੇ ਨੇ ਜਿਹੜੇ ਇਹਨਾਂ ਨੂੰ ਖੰਡਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ? हाँ, सरकार द्वारा चाल चली जा रही है, नकली किसानों को बिठाकर वार्ता की जा रही है। और जो किसान हैं, आज मैं अभी न्यूज़ देखी है तो मोदी जी बरेली में जा रहे हैं और किसानों को संबोधित करेंगे। पूरे देश का किसान तो दिल्ली के अंदर बैठा है और किसानों की बात नहीं मानी जा रही है। और किसानों को कभी ये कह रहे हैं इसको लेफ्ट सपोर्ट कर रहे हैं, कभी कह रहे हैं माओवादी कह रहे हैं, कभी आतंकवादी कह रहे हैं। और जो इसके बीच में उन्होंने लोग छोड़ रखे हैं वो इस आंदोलन को दो फाड़ करना चाहते हैं। लेकिन किसान की बात जो मोदी जी झूठे जुमलेबाजी करते हैं वो किसानों के अब समझ में आ रही है और आम जनता के भी धीरे धीरे बातें समझ में आ रही है। पंजाब के लोगों को पहले खालिस्तानी ਜਿਹੜਾ संघर्ष को बताया जा रहा था, अब होर स्टेटां भी ਜਿਹੜੇ साथ देने लगे हैं, क्या कहना? ये जो सरकार है बीजेपी की, ये सरकार अलग प्रकार की सरकार है। अब तक हमारे पूर्वजों ने इनको सत्ता क्यों नहीं सौंपी, और अब जो सत्ता इनके हाथ आई है तो आप इनके परिणाम देख रहे हैं। रेल इन्होंने बेच दी, तेल इन्होंने बेच दिया, भेल इन्होंने बेच दी, वायुयान इन्होंने बेच दिया, रेलवे सारी प्राइवेट कर दी, स्टेशन प्राइवेट कर दिए, मतलब एयरपोर्ट प्राइवेट कर दिए, बिजली प्राइवेट ये कर रहे हैं, तो पावर बिल 2020 ये ला रहे हैं। मतलब सरकारी सिस्टम छोड़ना ही नहीं चाहते हैं। और जब देश आज़ाद हुआ तो ये जो 5 चीज़ें थी, बिजली, पानी, शिक्षा, स्वास्थ्य, और ये चीज़ें मुनाफे के लिए नहीं की गई थी, ये तो सिर्फ आम जनता को सुविधा के लिए की थी। अब सभी चीज़ों में ये मुनाफा कमाना चाहते हैं। और बड़े पूंजीपति अगर मान लो ये कह रहे हैं ना इनमें घाटा है, घाटा है, घाटा कहीं भी नहीं है। पूंजीपति अगर घाटा है तो घाटे ही चीज़ क्यों खरीद रहे हैं? हम ये कहना चाहते हैं, हम हिसार से आए हैं, समर्थन हमारा 795 नंबर से लेके 799 तक हमारा मेडिकल कैंप लगा हुआ है। और वहाँ पे हमारे खाने की व्यवस्था सर्व कर्मचारी संघ ने की हुई है यहाँ पे। और वहाँ से हमारे कर्मचारी मतलब जत्थों के रूप में रोज़ाना यहाँ पे पहुँच रहे हैं। सुरेंद्र यादव, जिला प्रधान सर्व कर्मचारी संघ हिसार। ਨੈਸ਼ਨਲ ਮੀਡੀਆ ਦਿਖਾ ਰਿਹਾ ਵੀ ਜਿਹੜਾ ਕਿਸਾਨਾਂ ਦਾ ਸੰਘਰਸ਼ ਨਹੀਂ ਹੈਗਾ, ਇਹ ਤਾਂ ਵੀ ਆਪਣਾ ਮਨੋਰੰਜਨ ਕਰ ਰਹੇ ਨੇ, ਰਾਤਾਂ ਨੂੰ ਸ਼ਰਾਬ ਪੀ ਕੇ ਵਗੈरह ਬਿਆਨ ਦੇ ਰਹੇ ਨੇ। 1-2 चैनल या 2-3 चैनल को छोड़कर, NDTV कह सकते हैं या 2-3 चैनल और कह सकते हैं, उनको छोड़कर बाकी सभी चैनल खरीद रखें। और उन चैनलों का खर्चा 1500 करोड़ रुपए सालाना है। जो जिसकी खाए बाकड़ी उसके गाए गीत, मेरी बात समझ में आ गई होगी। मतलब जिसका दाना खाएगा उसी के गीत गाएगा। तो वो पैसे से खरीद रखे हैं और वो भोपू हैं। लोग आज उनका विरोध कर रहे हैं। तो इसलिए मतलब पत्रकारिता जो लोकल है ना वो सारी बात दिखा रहे हैं, लेकिन जो नेशनल चैनल है वो मतलब गलत ही बात दिखा रहे हैं, क्योंकि खरीदे हुए हैं। कुत्ता तो फिर जो टूक डालेगा उसी के आगे कुत्ता दुमाएगा।
घुमाएगा। ਬਿਲਕੁਲ ਇਹਨਾਂ ਨੇ ਗੱਲ ਬਹੁਤ ਵਧੀਆ ਕਹੀ ਹੈ ਤੇ ਕੀ ਨਾਮ ਹੈ ਤੁਹਾਡਾ? मेरा नाम धर्मवीर फोगाट है। मैं भी कर्मचारी आंदोलन का कार्य करता हूँ हरियाणा से। आज हम इस आंदोलन के समर्थन में आए हैं और सरकार से ये मांग करते हैं केंद्र से कि ये तीनों कानून तुरंत रद्द करे और किसानों को जो है राहत देने का काम करे। ये असल में केवल किसानी के लिए कानून नहीं है, बल्कि देश की जो आत्मनिर्भरता है उसको विदेशी और जो देसी सेठ हैं उनके गिरवी रखने का प्रोग्राम है। ये केवल कृषि की बात नहीं है, बल्कि देश की जनता की आज़ादी की लड़ाई है। हम ये कहेंगे इसको दूसरी आज़ादी की लड़ाई है, जिसको आज के दिन पंजाब के भाइयों ने शुरू किया है और पूरे देश का किसान इसके साथ खड़ा है। भले वो दिल्ली में नहीं आ रहा, लेकिन दिल्ली में भी आसपास के स्टेटों से बड़ी भागीदारी है। और केवल किसान नहीं, आम जनता के तमाम हल्के इस चीज़ को समझ रहे हैं और सरकार को भी देर सवेर वो धैर्य की परीक्षा ले रही है और तिकड़ में जो है लड़ा रही है आंदोलन तोड़ने के लिए, लेकिन इसमें कामयाब नहीं होंगे। हमारा पूरा विश्वास है कि हर हाल में ये आंदोलन जीतेगा और ज़रूर जीतेगा। देरी क्यों की जा रही है कि सरकार? देरी तो आंदोलन को तोड़ने के लिए की जा रही है ना। वो ये चाहते हैं कि आंदोलन में फूट पड़ जाए और इसीलिए उसके लिए वैसे ये जो बीजेपी की सरकार है ये आरएसएस का सांगठनिक ढांचा है और झूठ बोलने में और लोगों के अंदर बांट करने में इनका कोई मुकाबला नहीं है। पूरे आज़ादी के आंदोलन में इनकी भूमिका को देखा जा सकता है कि क्या इन्होंने किए थे। अब वो चले गए अंग्रेज़, तो ये उनकी भूमिका में इस समय आए हुए हैं और कोई कारण नहीं है। इनको मालूम है कि हर हाल में ये कानून रद्द करने ही पड़ेंगे, कोई इलाज नहीं है इनके पास, वरना गद्दी खाली करनी पड़ेगी देश की। कोई इनके आरएसएस के बिकाऊ नहीं है ये देश। जैसा वो दलाली करते रहे अंग्रेज़ों के, सारा देश ऐसे दलाली करने वालों का नहीं है। ये देश सारे लोगों का मिलके है और देश इस आज़ादी को ज़रूर लेके रहेंगे। कोई नहीं चाहता कि हमारा भविष्य जो है धन्ना सेठों के हाथ में रहे। ਜਦੋਂ ਕਿਸਾਨ ਇੰਨਾ ਵਿਰੋਧ ਕਰ ਰਹੇ ਨੇ, ਸਾਰੇ ਪਾਸੇ ਵਿਰੋਧ ਹੋ ਰਿਹਾ ਸੀ, ਬਿਹਾਰ ਦੇ ਵਿੱਚ ਫਿਰ ਵੀ ਸਰਕਾਰ ਬਣਾ ਜਾਂਦੇ ਨੇ, ਕਿਸ ਤਰ੍ਹਾਂ ਬਣਾਉਂਦੇ ਨੇ ਫਿਰ? ये हमारे को मालूम है, जैसे मतलब अलग अलग खानों में बांट के ये जो लड़ाई लड़ते हैं स्थानीय जो लोग राजनीतिक तौर पे अपने तुच्छ राजनीतिक स्वार्थ के लिए जो है इनके बहकावे में आए हुए हैं। एक तो बड़ा कारण तो वो है, वरना तो जितना इस ये कोरोना महामारी के दौर में ये जो लॉकडाउन रहा, जितना ज़्यादा तशद्दुद झेला बिहार के लोगों ने, लगता तो नहीं था कि इनको वोट करेंगे। आने वाले चुनावों में बदला लिया जाएगा बीजेपी से पक्का, ये हमें पूरा विश्वास है। हिंदी बेल्ट, पंजाबी बेल्ट जिस दिन इनके खिलाफ खड़ी हो जाएगी ना, इनको जगह नहीं मिलेगी। हिंदुस्तान में कहीं जगह इनको मिलने वाली नहीं है और अब वो समय आ गया है। पंजाब के लोगों ने, हरियाणा के लोगों ने, यूपी के लोगों ने ये जो मिलके आंदोलन इस समय चला रखा है ना, ये निश्चित तौर पे इस गुलामी को और इस गुलामों की सरकार को पीछे धकेल के रहेगा, ऐसा हम मानते हैं। ये बिल्कुल ਵੱਖ-ਵੱਖ ਵਿਚਾਰ ਨੇ ਜਿਹੜੇ ਕਿਸਾਨਾਂ ਦੇ ਤੇ ਇਹਨਾਂ ਦੇ ਜਿਹੜੇ ਹੋਰ ਲੀਡਰ ਨੇ ਕਿਸਾਨਾਂ ਦੇ, ਤੇ ਆਉਣ ਵਾਲੇ ਚੁਣਾਵਾਂ ਦੇ ਵਿੱਚ ਸਬਕ ਸਿਖਾਉਣ ਦੀ ਵੀ ਗੱਲ ਕਹੀ ਜਾ ਰਹੀ ਹੈ ਤੇ ਹੋਰ ਵੀ ਹਰ ਬੱਚਾ ਜਿਹੜਾ ਇਹ ਤਿੰਨਾਂ ਕਾਨੂੰਨਾਂ ਤੋਂ ਜਿਹੜਾ ਜਾਣੂ ਹੋ ਚੁੱਕਿਆ ਹੈਗਾ। ਉਹ ਪਹਿਲਾਂ ਹੋ ਸਕਦਾ ਸ਼ੁਰੂ ਦੇ ਵਿੱਚ ਨਹੀਂ ਪਤਾ ਸੀ ਕਿਸੇ ਨੂੰ, ਪਰ ਅੱਜ ਦੀ ਤਾਰੀਖ ਦੇ ਵਿੱਚ ਜਿਹੜਾ ਇਸ ਕਾਨੂੰਨ ਨੂੰ ਲੈ ਕੇ ਹਰ ਇੱਕ ਬੱਚਾ ਜਾਣੂ ਹੈ। ਸਕਾਈ ਨਿਊਜ਼ ਚੈਨਲ ਤੇ ਟਿੱਕਰੀ ਬਾਰਡਰ ਤੋਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ। ਕਿਸਾਨਾਂ ਦਾ ਜਿਹੜਾ ਪ੍ਰੋਟੈਸਟ ਹੈਗਾ ਉਹ ਹਰ ਤਰੀਕੇ ਨਾਲ ਕੀਤਾ ਜਾ ਰਿਹਾ ਹੈਗਾ, ਆਪਣੇ ਆਪਣੇ ਤਰੀਕੇ ਨਾਲ ਜਿਹੜਾ ਪ੍ਰੋਟੈਸਟ ਹੈਗਾ ਉਸ ਨੂੰ ਅੰਜਾਮ ਦਿੱਤਾ ਜਾ ਰਿਹਾ ਹੈਗਾ। ਇੱਥੇ ਕੁਝ ਕਿਸਾਨ ਹੋਰ ਵੀ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਕੀ ਨਾਮ ਹੈ ਜੀ? ਨਛੱਤਰ ਸਿੰਘ ਜੀ। ਕਿੱਥੋਂ ਆਏ ਹੋ? ਉੱਭਿਆ ਸੰਗਰੂਰ ਜ਼ਿਲ੍ਹਾ। ਕੀ ਕਹਿਣਾ ਚਾਹੁੰਦੇ ਤੁਸੀਂ? ਅਸੀਂ ਤਾਂ ਕਹਿਣਾ ਇਹ ਚਾਹੁੰਦੇ ਹਾਂ ਜੀ, ਜਿਹੜਾ ਇਹ ਕਹਿੰਦੇ ਨੇ ਵੀ ਪਿੰਡਾਂ ਦੇ ਵਿੱਚ ਅਸੀਂ ਬੰਦੇ ਤੋਰਾਂਗੇ, ਸਮਝਾਵਾਂਗੇ ਜ਼ਿਮੀਂਦਾਰਾਂ ਨੂੰ, ਅਸੀਂ ਤਾਂ ਪਹਿਲਾਂ ਹੀ ਸਮਝੇ ਹੋਏ ਹਾਂ। ਸਾਡੇ 4 ਕਿਸਮ ਦੀ ਜੀਰੀ ਹੁੰਦੀ ਹੈ। ਇੱਕ ਤਾਂ ਹੁੰਦੀ ਆ ਸਰਕਾਰ ਦੇ ਮੁੱਲ ਵਾਲੀ, 3 ਮਤਲਬ ਮੋਟੀ ਉਹ ਜੀਰੀ ਹੁੰਦੀ ਆ ਸਾਡੀ ਪ੍ਰਾਈਵੇਟ ਜਾਂਦੀ ਹੈ, ਜਿਹੜੀ ਸਾਡੀ 3000 ਨੂੰ ਜੀਰੀ ਵਿਕਦੀ ਸੀ ਪਹਿਲਾਂ, ਹੁਣ ਅਸੀਂ 1600 ਨੂੰ ਸਿੱਟ ਕੇ ਆਏ ਹਾਂ।
ਇਹਦੇ ਬਾਰੇ ਸਾਨੂੰ ਬਿਲਕੁਲ ਪਤਾ ਲੱਗ ਗਿਆ ਵੀ ਇਹ ਕਾਨੂੰਨ ਆਪਾਂ ਨੂੰ ਖਤਮ ਕਰਨਗੇ। ਅਸੀਂ ਕਿਸੇ ਪਾਸੇ ਜੋਗੇ ਵੀ ਨਹੀਂ ਰਹਿਣੇ। ਅੱਛਾ, ਜੇ ਤੁਸੀਂ ਕਹੋ ਵੀ ਪਾਲੇ ਦੀ ਗੱਲ ਜਾਂ ਹੋਰ, ਅਸੀਂ ਤਾਂ ਡਲਿਆਂ 'ਚ ਪੈਣ ਵਾਲੇ ਆ ਜੀ। ਹਰ ਵਕਤ ਸਾਨੂੰ ਪਾਲਾ ਕੁਛ ਨਹੀਂ ਕਹਿੰਦਾ, ਜਿੰਨਾ ਚਿਰ ਮਤਲਬ ਇਹ ਸਾਡੇ ਲੈਂਦਾ ਨਹੀਂ ਵਾਪਸ ਕਾਨੂੰਨ, ਉਰੋਂ ਅਸੀਂ ਹੱਲਣ ਵਾਲੇ ਨਹੀਂ। ਘਰ ਅਸੀਂ ਪਾ ਲਏ, ਉਰੇ ਗੰਡੇ ਗੁੰਡੇ ਵੀ ਅਸੀਂ ਲਾਵਾਂਗੇ, ਸਬਜ਼ੀ ਸੁਬਜ਼ੀ ਵੀ ਸਾਰਾ ਕੁਛ। ਇਹ ਹੈ ਤਾਂ ਇਹ ਮੋਦੀ ਸਾਹਿਬ ਆ, ਸਾਹਿਬ ਕਾਹਤੋਂ ਕਹਿੰਦੇ ਆ, ਇਹਦੇ ਆ ਪਿੱਛੇ ਵਧੀਆ ਤਪ ਕਰਿਆ। ਅੱਗੇ ਵਾਸਤੇ ਇਹ ਮਤਲਬ ਇਹਨੂੰ ਜੁਨੀ ਗਲਤ ਮਿਲੂਗੀ, ਬਲਦਾਂ ਦੀ ਜੁਨੀ ਮਿਲੂ ਇਹਨਾਂ ਨੂੰ, ਅੰਮ੍ਰਿਤ ਸ਼ਾਹ ਨੂੰ ਤੇ ਇਹਨੂੰ ਹੋਊਗਾ ਮੇਰੇ ਵਰਗਾ ਜੱਟ ਇਹਨਾਂ ਨੂੰ ਚਲਾਉਣ ਵਾਸਤੇ। ਸਾਡੇ ਨਾੜ ਪੈਂਦੇ ਨੇ ਪੰਜਾਲੀ ਦੇ ਵਿਚਾਲੇ 4। ਇਹ ਮੋਦੀ ਤਾਂ ਹੈ ਚਲਾ ਕੇ ਇਹਨੂੰ ਉਸਲੇ ਪਾਸੇ ਜੋੜਿਆ ਕਰਾਂਗੇ। ਅੰਮ੍ਰਿਤ ਸ਼ਾਹ ਜਿਹੜਾ ਇਹ ਥੱਲੇ ਹੋਊਗਾ, ਕਿ ਮੋਦੀ ਗੇੜਾ ਦਿਆ ਕਰੂਗਾ ਤੇ ਕਿ ਪੂਛ ਥੱਲੇ ਗੋਹਾ ਦੱਬਿਆ ਕਰੂ ਅੰਮ੍ਰਿਤ ਸ਼ਾਹ। ਇਹਦੇ ਵਾਸਤੇ ਇਹ ਮਾੜੀ ਗੱਲ ਹੈ, ਸਾਨੂੰ ਹੈਰਾਨ ਕਰ ਰਿਹਾ। ਸਾਡਾ ਅਸੀਂ ਤਾਂ ਪਹਿਲੀ ਮਰੇ ਪਿਆ ਜ਼ਿਮੀਂਦਾਰ, ਸਾਡੇ ਪੱਲੇ ਕੁਛ ਨਹੀਂ। 60 ਸਾਲ ਹੋ ਗਏ ਖੇਤੀ ਕਰਦਿਆਂ ਨੂੰ। ਟੂਹੇ ਸਾਡੇ ਖਾ ਲਏ ਸਪਰੇਹਾਂ ਦੇ ਪੰਪਾਂ ਨੇ, ਦਵਾਈਆਂ ਸਾਨੂੰ ਚੜ੍ਹਦੀਆਂ ਨੇ, ਖੇਤਾਂ 'ਚ ਰਾਤ ਅਸੀਂ ਫਿਰਦੇ ਹਾਂ, ਖੱਟਿਆ ਕੁਛ ਮਲੰਗ ਦੇ ਮਲੰਗਾ ਬਿਲਕੁਲ ਕਰ ਜਾਊਂਗਾ। ਜੇ ਕਾਨੂੰਨ ਬਣ ਗਿਆ ਸਾਡੇ ਪੱਲੇ ਕੁਛ ਵੀ ਨਹੀਂ ਰਹਿਣਾ ਜੀ। ਬਿਲਕੁਲ ਇੱਥੇ ਸਾਡੇ ਨਾਲ ਸਿੱਧੂਪੁਰ ਕਿਸਾਨ ਯੂਨੀਅਨ ਦੇ ਜਿਹੜੇ ਨਾਗਰੀ ਤੋਂ ਇਕਾਈ ਪ੍ਰਧਾਨ ਨਿਰਮਲ ਸਿੰਘ ਭੋਲਾ ਉਹ ਵੀ ਨਾਲ ਨੇ, ਉਹਨਾਂ ਦੇ ਵੀ ਵਿਚਾਰ ਸੁਣਾਂਗੇ। ਕੀ ਕਹਿਣਾ ਚਾਹੁੰਦੇ ਤੁਸੀਂ ਇਹਦੇ ਕਾਨੂੰਨ ਬਾਰੇ ਦੱਸੋ। ਅੱਛਾ, ਅਸੀਂ ਤਾਂ ਇਸੇ ਵਾਸਤੇ ਆ ਮੇਰੇ ਵੀ ਅਸੀਂ ਪਿੱਛੇ ਨਹੀਂ ਮੁੜਾਂਗੇ, ਆਪਦੇ ਹੱਕ ਲੈ ਕੇ ਵਾਪਸ ਮੁੜਾਂਗੇ। ਕਿੰਨੇ ਕੁ ਚਿਰ ਦੀ ਤਿਆਰੀ ਕਰਕੇ ਆਏ? ਅਸੀਂ ਤਾਂ ਘੱਟੋ ਘੱਟ 6 ਮਹੀਨੇ ਦੀ ਤਿਆਰੀ ਹੈ ਸਾਡੀ। ਉਸ ਤੋਂ ਬਾਅਦ ਅਗਲਾ ਹਾਂ, ਅਗਲਾ ਬਾਅਦ 'ਚ ਸੋਚਾਂਗੇ। ਕੋਈ ਪਰੇਸ਼ਾਨੀ ਵੀ ਆ ਰਹੀ ਹੈ? ਨਾ ਕੋਈ ਪਰੇਸ਼ਾਨੀ ਨਹੀਂ, ਅਸੀਂ ਘਰ ਨਾਲੋਂ ਵੀ ਵਧੀਆ ਰਹਿ ਰਹੇ ਹਾਂ। ਹੋਰ ਕੀ ਕਹਿਣਾ ਚਾਹੁੰਦੇ ਮੋਦੀ ਸਰਕਾਰ ਨੂੰ? ਮੋਦੀ ਸਰਕਾਰ ਨੂੰ ਤਾਂ ਬਸ ਹੁਣ ਇਦੋਂ ਵੱਧ ਕੀ ਕਹਾਂਗੇ। ਹੁਣ ਇਹਨੇ ਕਿਹੜਾ ਸੁਣੀ ਆ ਕੋਈ ਟੇਸਣਾ, ਤੇ 3 ਮਹੀਨੇ ਅਸੀਂ ਬੈਠੇ ਰਹੇ, 20-25 ਦਿਨ ਅੱਜ ਇੱਥੇ ਹੋ ਗਏ। ਰੋਲ ਤਾਂ ਸਾਰਾ ਕਿਸਾਨ ਹਾਂ ਰੋਲ ਤਾਂ ਜੀ ਬਿਲਕੁਲ ਘਰ ਵਾਲੇ ਘਰੇ ਨਹੀਂ ਕੰਮ ਬਣਦਾ ਕੋਈ, ਅਸੀਂ ਇੱਥੇ ਰੋਈ ਜਾਂਦੇ ਆ। ਸਾਰੀ ਇਹੀ ਗੱਲ। ਉਹ ਸਾਡਾ ਭਾਈਚਾਰਾ ਚੰਗਾ ਹੈ ਜੀ, ਜਾਣੇ ਉਧਰ ਉਧਰ ਹੀ ਰਮ ਰਮਈਆ ਕਰਦਾ, ਇੱਕ ਦੂਆ ਆ ਜਾਂਦਾ, ਇੱਕ ਵਗ ਜਾਂਦਾ ਵੀ ਤੇਰਾ ਸੰਭਾਲੂਗਾ ਮੈਂ। ਸਾਡਾ ਬੁੜੀਆਂ ਬੀਬੀਆਂ ਭੈਣਾਂ ਦਾ ਬੜੀ ਮਦਦ ਦਿੱਤੀ ਆ ਸਾਨੂੰ ਵੀ ਤੁਸੀਂ ਉੱਥੇ ਜਮੇ ਰਹੋ ਜਿੰਨਾ ਚਿਰ ਆਪਣੇ ਹੱਕ ਲੈ ਕੇ ਨਹੀਂ ਆਉਂਦੇ, ਬੇਸ਼ੱਕ ਸਾਨੂੰ ਮਰਨਾ ਪੈ ਜੇ ਜੀ। ਉਰੇ ਕੰਮ ਕੌਣ ਸਾਂਭਦੇ ਫਿਰ? ਸਾਡੀਆਂ ਬੀਬੀਆਂ ਭੈਣਾਂ ਸਾਂਭਦੀਆਂ ਨੇ ਜੀ, ਸਾਰਾ ਪਾਣੀ ਨੱਕੇ ਵੱਢ ਰਹੀਆਂ ਨੇ, ਭਾਈਚਾਰਾ ਵੀ ਸਾਂਭਦਾ ਨਾਲ। ਜੇ ਮਜਬੂਰੀ ਪੈਂਦੀ ਆ ਕਾਹ ਕੰਡਾ ਵੱਢਣ, ਉਹ ਬੀਬੀਆਂ ਭੈਣਾਂ ਆਪ ਲਿਆਉਂਦੀਆਂ ਨੇ ਸਾਡੀਆਂ ਜਾ ਕੇ। ਕਾਨੂੰਨਾਂ ਤੋਂ ਕਿੰਨਾ ਕੁ ਨੁਕਸਾਨ ਲੱਗਦਾ? ਸਾਨੂੰ ਤਾਂ ਬਹੁਤ ਜ਼ਿਆਦਾ ਨੁਕਸਾਨ ਹੈ ਜੀ। ਇਹ ਮੋਦੀ ਕਹਿੰਦਾ ਚੰਗਾ, ਇਹ ਜਨਤਾ ਨਹੀਂ ਸੁਣੇਗਾ ਜਦੋਂ ਸਾਡੇ ਵਿੱਚ ਨਹੀਂ ਹਨ ਕਾਨੂੰਨ। ਇਹ ਸਾਨੂੰ ਕੋਈ ਇਹਦੇ ਨਫਾ ਸੌਦਾ ਕਰ ਦਿੰਦੇ ਵਿੱਚ ਨਾ, ਉਹ ਸੌਦਾ ਦਾ ਸਾਨੂੰ ਕੋਈ ਫਾਇਦਾ ਨਹੀਂ ਹੈਗਾ ਜੀ। ਉਹਦਾ ਸੌਦਾ ਕਿ ਇਹ ਕਾਨੂੰਨੇ ਵਾਪਸ ਲਵੇ ਜਦੋਂ ਇੰਨੀ ਜਨਤਾ ਦੁਖੀ ਹੋ ਰਹੀ ਹੈ। ਸਾਨੂੰ ਫਾਇਦੇ ਦੀ ਲੋੜ ਹੀ ਨਹੀਂ ਇਹਦੇ ਦੀ। ਸਾਡੇ ਤੱਕ ਹਾਂ ਫੌਜੀਆਂ ਕੋਲ ਗੰਨਾ ਹੈਗੀਆਂ, ਬੀੜ ਦੇ ਸਾਰੀ 1 ਮਿੰਟ ਲੱਗੂ, ਸਾਰੀ ਸੋਧਾਂ ਨੇ ਲਿਆ ਕੇ 10 ਫੌਜੀ ਪਾੜ ਦੇਣ ਸਾਡੇ 'ਚ, ਹੁਣ ਰਗੜ ਦੇਣ ਸਾਨੂੰ। ਜਿਹੜੇ ਰਹਿ ਜਾਣਗੇ ਘਰ ਨੂੰ ਪੈ ਜਾਣਗੇ, ਬਾਕੀ ਨੂੰ ਚੱਕ ਕੇ ਫੂਕ ਦਾਂਗੇ। ਸਾਰੀ ਸੋਧਾਂ ਨੇ ਆਹ ਬੈਠੇ ਨੇ ਪੀੜੀ, ਸਾਰੇ ਦੇਖ ਲਓ। ਹੈਂ ਜਾਵਾਂ ਕਿੱਧਰ ਅਸੀਂ? ਦੱਸੋ ਕੀਲਾ ਸਾਡਾ ਕੀ ਹੈ? ਨਹੀਂ ਅਸੀਂ ਤਾਂ 2 ਦਿਨ ਦੇਖਦੇ, ਅਸੀਂ ਤਾਂ ਚਿਮਟਾਂਗੇ ਹੁਣ। ਹਾਂ ਜੀ, ਸਿੱਧੇ ਦਿੱਲੀ ਨੂੰ 20 ਦਿਨ ਤਾਂ ਹੋ ਗਏ ਸਾਨੂੰ ਯਾਰ ਬੈਠੇ ਨੂੰ। ਉਹਦਾ ਫਾਇਦਾ ਕੀ ਹੈ? ਮੈਂ ਕਹਿਣਾ ਕਿਹੜਾ ਪਾਰ ਟੱਪੋ ਆਪਾਂ, ਦੱਸੋ ਵੀ ਤੁਹਾਨੂੰ ਮੈਂ ਵੀ ਕਿਹੜੇ ਢੰਗ ਨਾਲ ਟੱਪਣਾ। ਟੱਪਾ ਇਹਨਾਂ ਦੀਆਂ ਪਹਿਲਾਂ 70 ਵਾਲੇ, 70 ਵਾਲੇ, ਫਿਰ ਅਸੀਂ 60 ਵਾਲੇ, ਫਿਰ 58 ਵਾਲੇ, ਫਿਰ ਨਿੱਕੀ ਪਾਰਟੀ ਨੂੰ ਚੜਾਂਗੇ ਗੱਲੋਂ ਮਗਰੋਂ। ਪਹਿਲਾਂ ਅਸੀਂ ਮਰਾਂਗੇ ਜਿਹੜੇ ਵੱਡੇ ਹੋਵਾਂਗੇ। ਪਰ ਨੌਜਵਾਨ ਤਾਂ ਕਹਿੰਦੇ ਅਸੀਂ ਅੱਗੇ ਨਾ ਅਸੀਂ ਮਗਰ ਰੱਖਣਾ ਉਹਨਾਂ ਨੂੰ। ਉਹਨਾਂ ਨੂੰ ਅਸੀਂ ਬੀਜ ਤਿਆਰ ਕਰਨਾ। ਜਦੋਂ ਮਰ ਕੇ ਬੀਜ ਤਿਆਰ ਕਿੱਥੋਂ? ਸਾਡਾ ਤਾਂ ਬੀਜ ਮੁੱਕ ਗਿਆ, ਬੀਜ ਤਾਂ ਉਦੋਂ ਲੈਣਾ। ਅਸੀਂ ਤਾਂ ਹੁਣ ਖਤਮ ਆ ਯਾਰ। ਪਹਿਲਾਂ ਬਟੂਨਾ ਬਣਾਵਾਂਗੇ ਅਸੀਂ, ਤੈਨੂੰ ਮੈਂ ਦੱਸਾਂ ਗੱਲ। ਤੇ ਮੇਰੇ ਆਖੇ ਲੱਗਦੇ ਮੈਂ ਤੈਨੂੰ ਉਦੋਂ ਹੀ ਕਹਿ ਰਿਹਾ ਵੀ ਬੁੱਢੇ ਦੇ ਬਟੂਨਾ ਮੂਹਰੇ, ਉਸ ਤੋਂ ਬਾਅਦ ਦੂਜੀ ਉਮਰ ਛੋਟੀ। ਇਹਨਾਂ ਨੂੰ ਸਾਰਿਆਂ ਨੂੰ ਮਗਰ ਰੱਖਾਂਗੇ ਬੱਚਿਆਂ ਨੂੰ। 1 ਘੰਟੇ ਹੀ ਚੱਕ ਲਾਂਗੇ ਦਿੱਲੀ ਨੂੰ, 1 ਘੰਟੇ 'ਚ। ਅੱਖੀ ਨਹੀਂ ਲੱਗਦੇ ਇਹ ਲੋਕ ਤਾਂ ਜੀ ਆਗੂਆਂ ਦੇ ਬੰਨੇ 1000 ਫੌਜੀ ਹੂਰੇ, ਅਸੀਂ ਕਰੋੜ ਬੰਦਾ। 10 ਬੰਦਿਆਂ ਨੂੰ ਨਹੀਂ ਮਾਰ ਸਕਦੇ, ਅਸੀਂ ਭਮੋੜ ਲਾਣੇ ਗੱਲ ਅਸੀਂ ਮਿੰਟਾਂ 'ਚ। ਜਿਹੇ ਉਹਨਾਂ ਕੋਲ ਨੇ ਸਾਡੇ ਕੋਲ ਵੀ ਨਹੀਂ ਸੰਦਾ। ਮਰਨ ਨੂੰ ਅਸੀਂ ਤਿਆਰ ਹਾਂ। ਇਹਨਾਂ ਨੂੰ ਕਹਿ ਦਿਓ ਜਿਸ ਤੋਰਨਾ ਤੋਰ ਦੋ, ਨਹੀਂ ਕੰਮ ਨਿਬੜੀ ਪਿਆ ਸਾਡਾ ਵੀ। ਹਾਂ ਜੀ, ਹੁਣ ਤਾਂ ਆਰ-ਪਾਰ ਦੀ ਲੜਾਈ। ਹਾਂ ਸਾਡੇ ਕੋਲ ਹੈ ਹੀ ਕੁਛ ਨਹੀਂ ਯਾਰ। ਹੁਣ ਭੁੱਖੇ ਅਸੀਂ ਮਰ ਰਹੇ ਹਾਂ। ਅਸੀਂ ਕਿੰਨਾ ਖਾਈ ਜਾਵਾਂਗੇ? ਇੱਥੋਂ ਸਮਾਨ ਲਿਆ 20 ਦਿਨ ਹੋ ਗਏ। ਤੁਸੀਂ ਜਾ ਕੇ ਉਹਨਾਂ ਨੂੰ ਕਹਿ ਦਿਓ ਜੇ ਕਹਿੰਦਾ ਨਹੀਂ ਕੰਮ ਤਾਂ ਨਿਬੜੀ ਪਿਆ ਸਾਡਾ ਤਾਂ। ਇਹ ਪ੍ਰੋਟੈਸਟ ਬਾਰੇ ਕਹਿਣਾ ਚਾਹੁੰਦੇ ਹਾਂ ਵੀ ਜਲਦੀ ਤੋਂ ਜਲਦੀ ਮੋਦੀ ਸਰਕਾਰ ਮੰਨ ਜੇ ਤਾਂ ਕਿਸਾਨ ਸੌਖੇ ਹੋਣ, ਆਪਦੇ ਘਰ ਨੂੰ ਜਾਣ ਜੀ। ਜਿਹੜੇ ਠੰਡਾਂ 'ਚ ਰਾਤਾਂ ਕੱਟ ਰਹੇ ਨੇ, ਸੀਤ ਲਹਿਰ ਚੱਲ ਰਹੀ ਹੈ, ਬਹੁਤ ਮੁਸ਼ਕਿਲ ਆਈ ਹੋਈ ਹੈ।
ਅਸੀਂ ਮੋਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਕਦੋਂ ਦਾ ਮਨਜ਼ੂਰ ਕਰੇ ਰੱਦ ਕਰੇ ਬਿੱਲਾਂ ਨੂੰ। ਤਿੰਨੇ ਜਿਹੜੇ ਕਾਲੇ ਕਾਨੂੰਨ ਲਾਗੂ ਕਰੇ ਨੇ ਤਿੰਨੇ ਰੱਦ ਹੋਣੇ ਚਾਹੀਦੇ ਨੇ। ਕਿੰਨਾ ਕੁ ਨੁਕਸਾਨ ਹੈ ਉਹਨਾਂ ਦਾ? ਬਹੁਤ ਜ਼ਿਆਦਾ ਨੁਕਸਾਨ ਹੈ ਜੀ। ਆਉਣ ਵਾਲੇ ਟਾਈਮ 'ਚ ਪਤਾ ਲੱਗੂ ਨੁਕਸਾਨ ਦਾ ਜੀ। ਬਹੁਤ ਜ਼ਿਆਦਾ ਨੁਕਸਾਨ ਹੋਊਗਾ ਉਹਦੇ ਨਾਲ। ਅਤੇ ਹੌਲੀ ਹੌਲੀ ਇਹ ਆਪਦੇ ਅੰਡਰ ਲੈ ਲੈਣਗੇ ਜੀ। ਜ਼ਮੀਨਾਂ ਨੂੰ ਵੀ ਐਕਵਾਇਰ ਕਰ ਲੈਣਗੇ। ਹਾਂ ਜੱਟਾਂ ਨਾਲੋਂ ਜ਼ਮੀਨ ਜਾਂਦੀ ਰਹੂਗੀ ਜੀ। ਆਉਣ ਵਾਲੀਆਂ ਪੀੜ੍ਹੀਆਂ ਜ਼ਮੀਨ ਨੂੰ ਤਰਸਣਗੀਆਂ ਜੀ। ਨੱਕ 'ਚ ਦਮ ਕਰ ਦੇਣਗੀਆਂ। ਰੋਟੀ ਨੂੰ ਵੀ ਮੁਤਾਜ ਹੋ ਜਾਊਗਾ ਕਿਸਾਨ ਜੀ। ਜਿਹੜਾ ਅੱਜ ਹੋਰਾਂ ਨੂੰ ਰੋਟੀ ਖਵਾ ਰਿਹਾ ਉਹ ਰੋਟੀ ਖਾਣ ਨੂੰ ਆਪ ਤਰਸੂਗਾ ਜੀ ਆਉਣ ਵਾਲੇ ਟਾਈਮ 'ਚ। ਮੇਰਾ ਨਾਮ ਧਨਵੰਤ ਸਿੰਘ ਹੈ ਜੀ। ਕਿੱਥੋਂ ਆਏ? ਮਾਨਸਾ ਡਿਸਟ੍ਰਿਕਟ ਤੋਂ, ਪਿੰਡ ਕਿਸ਼ਨਗੜ੍ਹ ਸੇਡਾ ਸਿੰਘਵਾਲੇ ਤੋਂ ਆਏ ਹਾਂ ਜੀ ਅਸੀਂ। ਕਿਸ ਤਰ੍ਹਾਂ ਪ੍ਰੋਟੈਸਟ ਚੱਲ ਰਿਹਾ ਹੈ ਕਿਸਾਨਾਂ ਦਾ? ਪ੍ਰੋਟੈਸਟ ਹੈ ਜਿਹੜਾ ਜੀ ਚੱਲ ਰਿਹਾ ਹੈਗਾ ਬਹੁਤ ਸ਼ਾਂਤੀ ਪੂਰਵਕ ਚੱਲ ਰਿਹਾ ਹੈਗਾ। ਕਿਸੇ ਨਾਲ ਅਸੀਂ ਕਿਸੇ ਸਰਕਾਰ ਨਾਲ ਕੋਈ ਲੜਾਈ ਕਰਕੇ ਰਾਜੀ ਨਹੀਂ। ਸਾਡੇ ਸਾਰੇ ਕਿਸਾਨ ਪਿਛਲੇ 2-3 ਮਹੀਨਿਆਂ ਤੋਂ ਲੈ ਕੇ ਸਾਰੇ ਸ਼ਾਂਤੀਪੂਰਵਕ ਢੰਗ ਨਾਲ ਅਸੀਂ ਪ੍ਰੋਟੈਸਟ ਕਰ ਰਹੇ ਹਾਂਗੇ। ਸਾਡਾ ਪਹਿਲਾਂ ਪੰਜਾਬ ਦੇ ਵਿੱਚ 2 ਮਹੀਨੇ ਚੱਲਿਆ। ਕਿਸੇ ਨੇ ਵੀ ਸਾਡਾ ਲੈਣਾ ਰੋਕਣ ਦਾ ਜਿਹੜਾ ਪ੍ਰੋਗਰਾਮ ਸੀਗਾ ਉਹਦੇ ਵਿੱਚ ਹਿੱਸਾ ਲਿਆ ਸੀ, ਪਰ ਕਿਸੇ ਵੀ ਇਨਸਾਨ ਨੇ, ਕਿਸੇ ਵੀ ਯੂਨੀਅਨ ਨੇ ਇੱਕ ਬੱਟਾ ਚੱਕ ਕੇ ਵੀ ਨਹੀਂ ਭਗਾਇਆ ਰੇਲ ਦਾ। ਕਿਸੇ ਨੇ ਕੋਈ ਨਟ ਨਹੀਂ ਖੋਲ੍ਹਿਆ, ਕਿਸ ਦਾ ਪੱਤਾ ਤੱਕ ਨਹੀਂ ਹਿਲਾਇਆ। ਅਸੀਂ ਅੱਗੇ ਵੀ ਨਹੀਂ ਹਿਲਾਉਂਦੇ। ਭੜਕਾਊ ਭਾਸ਼ਣ ਦੇ ਦਿੰਦੇ ਨੇ ਜਜ਼ਬਾਤੀ ਹੋ ਕੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਉਹ ਸਾਡੇ ਭਰਾ ਨੇਗੇ, ਕੋਈ ਗੱਲ ਨਹੀਂ, ਉਹਨਾਂ ਦਾ ਜਜ਼ਬਾ ਹੈ। ਉਹਨਾਂ ਬਾਰੇ ਤਾਂ ਚਲੋ ਠੀਕ ਹੈ, ਬਹੁਤ ਸਿਆਣੇ ਆਗੇ ਜਿਹੜੇ ਜੋ ਵੀ ਕੁਝ ਬੋਲ ਰਹੇ ਨੇਗੇ, ਸਾਡੇ ਤੋਂ ਬਹੁਤ ਸਿਆਣੇ ਨੇਗੇ। ਸਾਡੇ ਆਗੂ ਜਿਵੇਂ ਸਾਨੂੰ ਚਲਾਉਣਗੇ ਅਸੀਂ ਉਸ ਰੋਟੀ ਚੱਲਾਂਗੇ। ਅਸੀਂ ਉਹਨਾਂ ਤੋਂ 1 ਇੰਚ ਵੀ ਬਾਹਰ ਨਹੀਂ ਹੋ ਕੇ ਚੱਲਾਂਗੇ। ਜੇ ਸਰਕਾਰ ਸਾਡੀ ਪਹਿਲੀ ਸੁਣ ਲਾਂਦੀ ਜੀ ਸਾਨੂੰ ਇੱਥੇ ਤੱਕ ਆਉਣਾ ਹੀ ਨਹੀਂ ਪੈਂਦਾ ਸੀ। ਸਾਨੂੰ ਕੀ ਲੋੜ ਸੀ ਇੱਥੇ ਆ ਕੰਮ ਕਰਨ ਦੀ। ਹੁਣ ਖਰਚਾ ਵੀ ਬਹੁਤ ਪੈ ਗਿਆ ਪੰਜਾਬ ਨੂੰ। ਕਿੰਨਾ ਘਾਟਾ ਪੈ ਰਿਹਾ ਹੈ। ਡੀਜ਼ਲ ਫੂਕ ਰਹੇ ਆ, ਹੋਰ ਆ ਰਹੇ ਆ। ਸਾਰੇ ਲੋਕ ਕੰਮਕਾਰ ਛੱਡ ਕੇ ਆ ਰਹੇ ਨੇ ਇੱਥੇ। ਜੇ ਮੋਦੀ ਸਰਕਾਰ ਪੰਜਾਬ 'ਚ ਬੈਠਿਆਂ ਦੀ ਮੰਨ ਜਾਂਦੀ ਸਾਨੂੰ ਲੋੜ ਨਹੀਂ ਦੀ ਐਡਾ ਵੱਡਾ ਪ੍ਰੋਟੈਸਟ ਕਰਨ ਦੀ। ਪੁੱਤਾਂ ਵਾਂਗੂ ਟਰੈਕਟਰ ਰੱਖਦੇ ਨੇ। ਹਾਂਜੀ ਹਾਂ। ਇਹਨਾਂ ਦਾ ਰੇਤਾ ਜਮ ਰਿਹਾ ਜੀ। ਪੁੱਤਾਂ ਵਾਂਗੂ ਟਰੈਕਟਰ ਰੱਖਦਾ ਕਿਸਾਨ ਸਾਂਭ ਕੇ। ਉਹਨਾਂ ਦੇ ਉੱਤੇ ਇੰਨਾ ਰੇਤਾ ਹੈ ਜਿਹੜੇ ਅੰਦਰ ਲੱਗੇ ਹੁੰਦੇ ਸੀ ਸਿਆਲ ਦੇ ਵਿੱਚ, ਉਹ ਸੜਕਾਂ ਦੇ ਉੱਤੇ ਪਏ ਨੇ। ਕਿੰਨੀ ਬੁਰੀ ਹਾਲਤ ਹੈ। ਇਹ ਮੋਦੀ ਸਰਕਾਰ ਦੇ ਉਹ ਕਰਕੇ, ਮੋਦੀ ਸਰਕਾਰ ਨੇ ਉਹ ਕਰਿਆ ਤਾਂ ਕਰਕੇ ਸਾਨੂੰ ਆਉਣਾ ਪਿਆ, ਨਹੀਂ ਸਾਨੂੰ ਕੋਈ ਲੋੜ ਨਹੀਂ ਸੀ। ਕੰਮ ਛੱਡਣਾ ਵੀ ਬਹੁਤ ਔਖਾ ਹੈ। ਹੁਣ ਘਰੇ ਛੋਟੇ ਬੱਚੇ ਨੇ ਸਾਡੇ, ਉਹਨਾਂ ਨੂੰ ਛੱਡ ਕੇ ਆਏ ਆ, ਉਰੇ ਆ ਰਹੇ ਆ। ਬੱਚੇ ਵੀ ਸਾਡੇ ਨਾਲ ਆਉਣ ਨੂੰ ਤਿਆਰ ਨੇ। ਮੇਰਾ ਬੇਟਾ 3 ਸਾਲ ਦਾ, ਰੋਜ਼ ਕਹਿੰਦਾ ਡੈਡੀ ਦਿੱਲੀ ਚੱਲਣਾ ਹੈ ਮੰਮੀ ਲਵੇ। ਮੇਰੀ ਮੰਮੀ ਨੂੰ 15 ਦਿਨ ਹੋ ਗਏ ਉਰੇ ਆਈ ਨੂੰ। ਇੱਥੇ ਬੈਠੀ ਆਪਣੇ ਯਾਰ, ਉੱਥੇ ਆਉਣ ਨੂੰ ਤਿਆਰ ਹੈਗਾ। ਬੱਚਾ ਵੀ ਮੇਰਾ ਛੋਟਾ ਜਿਹਾ। ਦੇ ਵਿੱਚ ਰੋਸ ਹੈਗਾ, ਕਾਫੀ ਦਿਖ ਰਿਹਾ ਹੈਗਾ। ਪ੍ਰੋਟੈਸਟ ਵੀ ਆਪਣੇ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਜਿਹੜੇ ਕਾਨੂੰਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਮੋਦੀ ਸਰਕਾਰ, ਉਹ ਕਾਨੂੰਨਾਂ ਤੋਂ ਪੰਜਾਬ, ਹਰਿਆਣਾ, ਹਿਮਾਚਲ ਪੂਰੀ ਸਟੇਟ ਦਾ ਬੱਚਾ ਜਾਣੂ ਹੋ ਚੁੱਕਾ ਹੈਗਾ। ਹੁਣ ਇਸ ਦੇ ਵਿੱਚ ਕੋਈ ਨਹੀਂ ਵੀ ਹਰ ਇੱਕ ਨੂੰ ਪਤਾ ਲੱਗ ਗਿਆ ਵੀ ਜਿਹੜੇ ਇਹ 3 ਕਾਨੂੰਨ ਨੇ ਕਿਸਾਨ, ਮਜ਼ਦੂਰ, ਹਰ ਇੱਕ ਜਿਹੜਾ ਵਰਗ ਦਾ ਲੋਕ ਹੈਗਾ ਉਹਦੇ ਵਾਸਤੇ ਬਹੁਤ ਹੀ ਘਾਤਕ ਨੇ। ਇਸ ਲਈ ਜਿਹੜੇ ਮੋਦੀ ਸਰਕਾਰ ਨੂੰ ਕਾਨੂੰਨ ਵਾਪਸ ਲੈਣ ਦੀ ਅਪੀਲ ਕਰ ਰਹੇ ਨੇ। ਤੇ ਸਕਾਈ ਨਿਊਜ਼ ਲਈ ਜਗਤਾਰ ਬਾਵਾ, ਟਿਕਰੀ ਬਾਰਡਰ, ਦਿੱਲੀ।